ਲਗਾਤਾਰ ਸਵਾਲ ਸ਼ਗਨਪ੍ਰੀਤ ਤੇ ਉੱਠੇ ਕਿ ਆਖਰ ਸ਼ਗਨਪ੍ਰੀਤ ਇੰਨਾ ਲੰਮਾ ਸਮਾਂ ਚੁੱਪ ਕਿਉਂ ਰਿਹਾ, ਕਿੱਥੇ ਗਿਆ, ਭੱਜ ਕਿਉਂ ਗਿਆ, ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ, ਜਾਂ ਕੀ ਸ਼ਗਨਪ੍ਰੀਤ ਦੇ ਬੋਲਣ ਨਾਲ ਸਿੱਧੂ ਮੂਸੇਵਾਲੇ ਦੀ ਜਾਨ ਬਚ ਸਕਦੀ ਸੀ। ਸਭ ਤੋਂ ਪਹਿਲਾਂ ਤੁਹਾਡਾ ਨਾਂ ਹੀ ਸਾਹਮਣੇ ਆਇਆ ਕਿ ਸ਼ਗਨਪ੍ਰੀਤ ਇਨਵੋਲਡ ਹੈ ਇਸ ਮਰਡਰ 'ਚ। ਮੈਂ ਇੱਕ ਗਲਤ ਟਾਈਮ ਜ਼ਰੂਰ ਪਹੁੰਚ ਗਿਆ ਸੀਗਾ। ਜਦ ਮੈਂ ਉੱਥੇ ਦੇਖਿਆ ਵੀ ਬੰਦੇ ਗਲਤ ਨੇ, ਆਪਾਂ ਉੱਥੋਂ ਨਿਕਲ ਕੇ ਵਾਪਸ ਆ ਗਏ। ਦਿੱਲੀ ਦੀ ਪੁਲਿਸ ਨੇ ਕਿਹਾ ਕਿ ਸ਼ਗਨਪ੍ਰੀਤ ਦੀ ਭੂਮਿਕਾ ਹੈ, ਬਕਾਇਦਾ ਅੰਬਾਲੇ ਤੋਂ ਸ਼ਗਨਪ੍ਰੀਤ ਲੈ ਕੇ ਆਉਣਾ ਹੈ, ਯਾਨੀ ਕਿ ਤੁਸੀਂ ਲੈ ਕੇ ਆਉਨੇ ਹੋ ਉੱਥੋਂ ਜਿਹੜੇ ਸ਼ੂਟਰ ਨੇ ਇੱਕ ਕਾਰ ਦੇ ਵਿੱਚ। ਇਹ ਸਿਰਫ ਤੇ ਸਿਰਫ ਹਵਾ 'ਚ ਗੱਲਾਂ ਕੀਤੀਆਂ ਗਈਆਂ ਨੇ ਵੀ ਮੈਂ ਅੰਬਾਲੇ ਤੋਂ ਲੈ ਕੇ ਆਇਆ, ਮੈਂ ਰੈਕੀ ਕਰਾਈ, ਮੈਂ ਇਹ ਕੀਤਾ, ਮੈਂ ਉਹ ਕੀਤਾ। ਕਿਤੇ ਵੀ SIT ਨੇ ਰਿਟਨ ਦੇ ਵਿੱਚ ਵੀ ਨਹੀਂ ਦਿੱਤਾ ਹੋਇਆ। ਤੁਸੀਂ ਆਪਣੀ ਫੋਰਚੂਨਰ ਕਾਰ ਇੱਕ ਆਪਣੇ ਦੋਸਤ ਦੇ ਘਰ ਛੱਡ ਕੇ ਆਉਂਦੇ ਹੋ, ਉਹਦੇ ਤੋਂ ਸਿਲਵਰ ਰੰਗ ਦੀ ਸਵਿਫਟ ਗੱਡੀ ਲੈਂਦੇ ਹੋ ਅੰਬਾਲੇ ਤੋਂ। ਉਸ ਤੋਂ ਬਾਅਦ ਸ਼ੂਟਰਾਂ ਨੂੰ, 2 ਸ਼ੂਟਰਾਂ ਨੂੰ ਨਾਲ ਬਿਠਾ ਕੇ ਲਿਆਉਂਦੇ ਹੋ, 3 ਨੂੰ। ਸਵੇਰੇ 5 ਵਜੇ ਤੁਸੀਂ ਇੱਕ ਹੋਰ ਗੱਡੀ ਲੈਂਦੇ ਹੋ I-20, ਉਹਦੀ ਨੰਬਰ ਪਲੇਟ ਚੇਂਜ ਕੀਤੀ ਜਾਂਦੀ ਹੈ। ਉਸ ਵੇਲੇ ਜਦੋਂ ਨੰਬਰ ਪਲੇਟ ਚੇਂਜ ਹੋ ਰਹੀ ਸੀ, ਹਰਿਆਣਾ ਨੰਬਰ ਗੱਡੀ ਤੋਂ PV 65 ਦੀ ਨੰਬਰ ਪਲੇਟ ਲੱਗਦੀ ਹੈ, ਤੁਸੀਂ ਉਸ ਵੇਲੇ ਮੌਜੂਦ ਹੁੰਦੇ ਹੋ। ਮੈਂ ਰਾਤ ਨੂੰ ਉਹਦੀ ਰੈਕੀ ਵੀ ਕਰਾ ਦਿੰਦਾ ਤੇ ਉਹ ਸਵੇਰੇ ਬੰਦੇ ਉਹੀ ਜਗ੍ਹਾ ਤੇ ਇਕੱਲੇ ਕਿਵੇਂ ਪਹੁੰਚ ਸਕਦੇ ਨੇ। ਤੁਸੀਂ ਬਕਾਇਦਾ ਫੋਟੋਆਂ ਦਿਖਾਈਆਂ, ਸਵੇਰੇ ਵਿੱਕੀ ਜਿਮ ਜਾਂਦਾ ਸੀ, ਉਹਦੇ ਘਰ ਦੇ ਬਾਹਰ ਜਾ ਕੇ ਤੁਸੀਂ ਲੋਕੇਸ਼ਨ ਦਿਖਾਈ, ਰੈਕੀ ਕਰਵਾਈ, ਔਰ ਉਸ ਤੋਂ ਬਾਅਦ ਉੱਥੋਂ ਤੁਸੀਂ ਨਿਕਲ ਜਾਂਦੇ ਹੋ ਆਪ। ਮੇਰਾ ਉਹਦੇ ਨਾਲ ਕੀ ਦੁਸ਼ਮਣੀ ਆ ਵੀ ਮੈਂ ਉਹਦਾ ਇਹ ਕੁਛ ਕਰਾਉਂਗਾ। ਮੇਰੀ ਉਹਦੇ ਨਾਲ ਕੋਈ ਲਾਗ ਡਾਟ ਹੀ ਨਹੀਂ ਸੀ। ਉਹ ਬੰਦੇ ਦੇ ਮੈਂ ਘਰੇ ਰਿਹਾ, ਬਕਾਇਦਾ ਮੈਂ ਉੱਥੇ ਪਿਆ ਤੇ ਸਵੇਰੇ 11-12 ਵਜੇ ਉੱਠ ਕੇ ਆਪਣਾ ਆਰਾਮ ਦੇ ਨਾਲ ਮੈਂ ਆਪਣਾ ਘਰ। ਆਪਣੇ ਘਰ ਕਿਉਂ ਨਹੀਂ ਰਹੇ ਫਿਰ ਰਾਤ? ਤੁਸੀਂ ਕਿਸੇ ਹੋਰ ਦੋਸਤ ਦੇ ਘਰ ਕਿਉਂ ਰਹਿਣਾ ਪਿਆ? ਵਿੱਕੀ ਮਿੱਡੂ ਖੇੜਾ ਨੂੰ ਮਿਲੇ ਸੀ ਕਦੇ ਤੁਸੀਂ? ਮੈਂ ਹੀ ਦੇਖਿਆ ਤੱਕ ਨਹੀਂ ਸੀ ਵਿੱਕੀ ਮਿੱਡੂ ਖੇੜਾ, ਦੂਰੋਂ ਤੱਕ ਵੀ ਨਹੀਂ ਸੀ ਦੇਖਿਆ ਕੌਣ ਆ ਵਿੱਕੀ ਨਹੀਂ। ਮੈਂ ਤਾਂ ਜਾਣਦਾ ਤੱਕ ਨਹੀਂ ਸੀ ਵਿੱਕੀ ਮਿੱਡੂ ਖੇੜੇ ਨੂੰ। ਸ਼ਾਹਰੁਖ ਜਿਹੜਾ ਸਿੱਧੂ ਨੂੰ ਮਾਰਨ ਵਾਸਤੇ ਆਇਆ ਸੀਗਾ, ਕੀ ਸਿੱਧੂ ਨੂੰ ਜਾਂ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਬੰਦਾ ਮਾਰਨ ਆਇਆ? ਹਾਂਜੀ। ਉਹ ਮੈਂ ਸ਼ੂਟਰਾਂ ਦੀਆਂ ਫੋਟੋਆਂ ਵਗੈਰਾ ਸਾਨੂੰ ਇੰਟੈਲੀਜੈਂਸੀ ਵਾਲੇ ਸਾਰਾ ਕੁਝ ਦੇ ਗਏ ਸੀ ਵੀ ਇਹ ਬੰਦੇ ਅਟੈਕ ਕਰ ਸਕਦੇ ਨੇ ਤੁਹਾਡੇ ਤੇ। ਸਾਰਾ ਕੁਝ ਉਹਦੇ ਗਨਮੈਨਾਂ ਕੋਲ ਬਕਾਇਦਾ ਸਾਰੇ ਕੋਲ ਫੋਟੋਆਂ ਸੀਗੀਆਂ। ਪ੍ਰਾਈਮ ਟਾਈਮ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸ਼ਗਨਪ੍ਰੀਤ ਦੀ ਭੂਮਿਕਾ ਦੇ ਉੱਤੇ ਵੱਡੇ ਸਵਾਲ ਉੱਠ ਰਹੇ ਸੀ। ਸ਼ਗਨਪ੍ਰੀਤ ਕਿੱਥੇ ਹੈ? ਸ਼ਗਨਪ੍ਰੀਤ ਦੇ ਵਕੀਲਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ। ਜ਼ਮਾਨਤ ਜਿਹੜੀ ਹੈ ਉਹ ਅਰਜ਼ੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਰਿਜੈਕਟ ਕਰ ਦਿੱਤੀ ਜਾਂਦੀ ਹੈ। ਲਗਾਤਾਰ ਸਵਾਲ ਸ਼ਗਨਪ੍ਰੀਤ ਤੇ ਉੱਠੇ ਕਿ ਆਖਰ ਸ਼ਗਨਪ੍ਰੀਤ ਇੰਨਾ ਲੰਮਾ ਸਮਾਂ ਚੁੱਪ ਕਿਉਂ ਰਿਹਾ, ਕਿੱਥੇ ਗਿਆ, ਭੱਜ ਕਿਉਂ ਗਿਆ, ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ, ਜਾਂ ਕੀ ਸ਼ਗਨਪ੍ਰੀਤ ਦੇ ਬੋਲਣ ਨਾਲ ਸਿੱਧੂ ਮੂਸੇਵਾਲੇ ਦੀ ਜਾਨ ਬਚ ਸਕਦੀ ਸੀ। ਇਹ तमाम ਗੱਲਾਂ ਦੇ ਜਵਾਬ ਸ਼ਗਨਪ੍ਰੀਤ ਤੋਂ ਲੈਣੇ ਬਣਦੇ ਸੀ। ਸ਼ਗਨਪ੍ਰੀਤ ਨੇ ਔਨ 에ਅਰ ਦੇ ਨਾਲ ਸੰਪਰਕ ਕੀਤਾ, ਯਾਨੀ ਕਿ ਮੇਰੇ ਨਾਲ ਸੰਪਰਕ ਕੀਤਾ, ਔਰ ਹੁਣ ਸ਼ਗਨਪ੍ਰੀਤ ਆਪਣੀ ਸਾਰੀ ਗੱਲਬਾਤ ਲੋਕਾਂ ਦੇ ਅੱਗੇ ਰੱਖਣਾ ਚਾਹੁੰਦਾ ਹੈ। ਖਾਸ ਤੌਰ ਤੇ ਗੋਲਡੀ ਬਰਾੜ ਦੇ 2 ਉਹ ਕਾਲਸ ਜਿਹੜੇ ਨੇ, ਇੱਕ ਪਹਿਲਾਂ ਇੱਕ ਨਿੱਜੀ ਚੈਨਲ ਦੇ ਵਿੱਚ ਰਿਤੇਸ਼ ਲੱਖੀ ਹੋਣਾ ਦੇ ਨਾਲ ਗੱਲਬਾਤ, ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਚੈਨਲ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਮੂੰਹ ਦੇ ਉੱਤੇ ਕੱਪੜਾ ਪਾ ਕੇ ਉਹ ਗੱਲਬਾਤ ਰੱਖਦੇ ਹੈ, ਉਹਦੇ ਵਿੱਚ ਵੀ ਸ਼ਗਨਪ੍ਰੀਤ ਦਾ ਜ਼ਿਕਰ ਹੁੰਦਾ ਹੈ। SIT ਨੇ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਜੋ ਰਿਪੋਰਟ ਦਿੱਤੀ, ਉਹਦੇ 'ਚ ਸ਼ਗਨਪ੍ਰੀਤ ਦੀ ਭੂਮਿਕਾ ਨੂੰ ਲੈ ਕੇ ਸਵਾਲ ਨੇ। ਤਾਂ ਅੱਜ ਸ਼ਗਨਪ੍ਰੀਤ ਪਹਿਲੀ ਵਾਰ ਕਿਸੇ ਵੀ ਚੈਨਲ ਦੇ ਉੱਤੇ ਔਨ 에ਅਰ ਦੇ ਉੱਤੇ ਸਾਡੇ ਨਾਲ ਨੇ। ਸ਼ਗਨਪ੍ਰੀਤ, ਤੁਹਾਡੇ ਨਾਲ ਗੱਲ ਕਰ ਪਾ ਰਿਹਾ ਮੈਂ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ, ਪੂਰੀ ਦੁਨੀਆ ਇਹ ਜਾਣਨਾ ਚਾਹੁੰਦੀ ਹੈ ਕਿੱਥੇ ਹੋ ਇਸ ਵੇਲੇ? ਮੈਂ ਆਸਟ੍ਰੇਲੀਆ ਜੀ। ਤੁਸੀਂ ਆਸਟ੍ਰੇਲੀਆ ਗਏ, ਔਰ ਇਹ ਕਿਹਾ ਗਿਆ ਸੀ ਕਿ ਸਿੱਧੂ ਨੇ ਤੁਹਾਨੂੰ ਆਸਟ੍ਰੇਲੀਆ ਭੇਜਿਆ, ਯਾਨੀ ਕਿ ਤੁਹਾਨੂੰ ਕਿਸੇ ਡਰ ਕਰਕੇ ਇੱਥੋਂ ਭੇਜਤਾ ਸੀ? ਨਹੀਂ ਬਾਈ ਜੀ, ਬੇਬੁਨਿਆਦ ਗੱਲਾਂ ਨੇ ਇਹ। ਇਹਦਾ ਸਿੱਧੂ ਬਾਈ ਦਾ ਸ਼ੋਅ ਸੀਗਾ ਦੁਬਈ। ਅਸੀਂ ਦੁਬਈ ਤੋਂ ਸ਼ੋਅ ਲਾ ਕੇ 1 ਜਾਂ 2 ਤਰੀਕ ਨੂੰ ਦਿੱਲੀ ਏਅਰਪੋਰਟ ਤੇ ਉਤਰੇ ਆ, ਤੇ ਉਸ ਤੋਂ ਬਾਅਦ ਮੇਰਾ ਆਲਰੇਡੀ ਪਲਾਨ ਸੀਗਾ ਆਸਟ੍ਰੇਲੀਆ ਆਉਣ ਦਾ।
ਤੇ ਜੇ ਮੇਰੇ ਮਨ ਦੇ ਵਿੱਚ ਏਡਾ ਕੋਈ ਚੋਰ ਹੁੰਦਾ, ਮੈਂ ਦੁਬਈ ਤੋਂ ਸਿੱਧਾ ਵੀ ਆਸਟ੍ਰੇਲੀਆ ਆ ਸਕਦਾ ਸੀਗਾ। ਬਹੁਤ ਸਾਰੇ ਸਵਾਲ ਨੇ, ਇੱਕ ਇੱਕ ਕਰਕੇ ਆਉਣਾ, ਪਰ ਮੈਨੂੰ ਇਹ ਦੱਸੋ ਕਿ ਸ਼ੁਰੂ 'ਚ ਕਿਹਾ ਗਿਆ ਕਿ ਤੁਸੀਂ ਸਿੱਧੂ ਦੇ ਮੈਨੇਜਰ ਹੀ ਨਹੀਂ ਹੋ, ਤਾਂ ਇੱਕ ਇੱਕ ਕਰਕੇ ਕਲੀਅਰ ਕਰੋ ਕਿ ਕੀ ਤੁਸੀਂ ਸਿੱਧੂ ਦੇ ਮੈਨੇਜਰ ਸੀਗੇ? ਨਹੀਂ ਬਾਈ, ਮੈਂ ਮੈਨੇਜਰ ਨਹੀਂ ਸੀਗਾ, ਮੈਂ ਉਹਦਾ ਇੱਕ ਵਧੀਆ ਤੇ ਚੰਗਾ ਦੋਸਤ ਸੀ, ਇਸ ਤੋਂ ਵੱਧ ਕੁਝ ਨਹੀਂ ਸੀ। ਸਿੱਧੂ ਦਾ ਸਾਰਾ ਕਾਰੋਬਾਰ ਕੰਮਕਾਰ ਤੁਸੀਂ ਸਾਂਭਦੇ ਸੀ? ਨਹੀਂ ਬਈ, ਮੈਂ ਕਾਰੋਬਾਰ ਮੈਂ ਥੋੜੀ ਸਾਂਭਦਾ ਸੀ, ਉਹ ਬੰਟੀ ਮੈਂ ਸਾਂਭਦਾ ਸੀਗਾ। ਮੈਂ ਤਾਂ ਇੱਕ ਉਹਦਾ ਵਧੀਆ ਦੋਸਤ ਸੀਗਾ, ਉਹਦੇ ਨਾਲ ਰਹਿੰਦਾ ਸੀਗਾ ਤੇ ਸਾਡੀ ਵਧੀਆ ਮਿੱਤਰਤਾ ਸੀ, ਵਧੀਆ ਪਿਆਰ ਸੀਗਾ, ਹੋਰ ਇਸ ਤੋਂ ਵੱਧ ਕੁਝ ਨਹੀਂ ਸੀ ਬਈ। ਪੂਰੇ ਮੀਡੀਆ 'ਚ ਖਬਰਾਂ ਲੱਗੀਆਂ ਸੀ ਕਿ ਸਿੱਧੂ ਦੇ ਮੈਨੇਜਰ ਦਾ ਰੋਲ ਸਾਹਮਣੇ ਆ ਰਿਹਾ, ਤਾਂ ਫਿਰ ਉਸ ਵੇਲੇ ਤੁਸੀਂ ਬੋਲੇ ਕਿਉਂ ਨਹੀਂ ਕਿ ਤੁਸੀਂ ਮੈਨੇਜਰ ਨਹੀਂ ਹੋ? ਬਈ ਸਾਡਾ ਸੀਗਾ ਪਲਾਨ, ਅਸੀਂ ਕਰਨੀ ਸੀਗੀ ਪ੍ਰੈਸ ਕਾਨਫਰੰਸ, ਸਾਰਾ ਕੁਝ ਕਰਨਾ ਸੀਗਾ, ਤੇ 29 ਮਈ ਨੂੰ ਘਟਨਾ ਹੋ ਗਈ ਤੇ ਸਾਰਾ ਕੁਝ, ਫਿਰ ਸਾਡਾ ਸਾਰਾ ਕੁਝ ਪਲਾਨ ਸੀਗਾ। ਅਸੀਂ ਪ੍ਰੈਸ ਕਾਨਫਰੰਸ ਮੈਂ 5-6 ਜੂਨ ਨੂੰ ਆ ਰਿਹਾ ਸੀਗਾ, ਅਸੀਂ ਕਰਨੀ ਵੀ ਸੀਗੀ, ਉਹ ਪਹਿਲਾਂ ਹੀ 29 ਨੂੰ ਇਹ ਹੋ ਗਿਆ ਚੱਕਰ। ਤੁਹਾਡੀ ਸਿੱਧੂ ਨਾਲ ਮੁਲਾਕਾਤ ਕਿਵੇਂ ਹੁੰਦੀ ਹੈ? ਸਾਡਾ ਇੱਕ ਕਾਮਨ ਫਰੈਂਡ ਹੁੰਦਾ ਸੀਗਾ, ਉਹਦੇ ਥਰੂ ਹੋਈ ਸੀ। ਉਹ ਆਪਣਾ ਆਸਟ੍ਰੇਲੀਆ ਰਹਿੰਦਾ ਤੇ ਉਹਦੇ ਕਰਕੇ ਜਿਵੇਂ ਮੈਂ 1-2 ਵਾਰੀ ਇਹਦੇ ਕੋਲ ਗਿਆ ਸੀ। ਸਾਡੀ ਬਹੁਤ ਪੁਰਾਣੀ ਤੇ ਲੰਬੀ ਚੌੜੀ ਦੋਸਤੀ ਨਹੀਂ ਸੀ, ਅਸੀਂ ਇੱਕ ਦੂਸਰੇ ਨੂੰ 1.5 ਸਾਲ ਤੋਂ ਹੀ ਜਾਣਦੇ ਸੀ, 1.5 ਤੋਂ ਹੱਦ ਪੌਣੇ 2 ਇੰਨੇ ਤੋਂ, ਤੇ ਵਧੀਆ ਸਾਡਾ ਪ੍ਰੇਮ ਪੈ ਗਿਆ ਸੀਗਾ, ਆਉਣੀ ਜਾਣੀ ਹੋ ਗਈ ਸੀ ਇੱਕ ਦੂਸਰੇ ਕੋਲ। ਤੇ ਬਸ ਜਿਵੇਂ ਛੂਆਂ 'ਚ 1-2 ਵਾਰੀ ਮੈਂ ਗਿਆ ਤੇ ਅਸੀਂ ਇਕੱਠੇ ਚਲੇ ਜਾਂਦੇ ਸੀ, ਹੋਰ ਤਾਂ ਕੁਛ ਨਹੀਂ ਸੀਗਾ, ਇੱਕ ਦੂਏ ਦੇ ਘਰੇ ਆਉਣੀ ਜਾਣੀ ਸੀਗੀ। ਕਿਸ ਲੈਵਲ ਦੀ ਦੋਸਤੀ ਸੀ ਇਹ? ਵਧੀਆ ਲੈਵਲ ਦੀ ਦੋਸਤੀ ਸੀਗੀ, ਇੱਕ ਦੂਏ ਦੇ ਘਰੇ ਆਉਣਾ ਜਾਣਾ ਸਾਰਾ ਕੁਛ ਸੀਗਾ, ਤੇ ਭਰਾਵਾਂ ਵਰਗਾ ਪਿਆਰ ਸੀ, ਸਾਰਾ ਕੁਛ ਵਧੀਆ ਸੀ, ਇਹੀ ਸੀਗਾ ਜੀ। ਸਿੱਧੂ ਦੇ ਪੇਰੈਂਟਸ ਤੁਹਾਨੂੰ ਕਿੰਨੇ ਕੁ ਨਿੱਜੀ ਤੌਰ ਤੇ ਜਾਣਦੇ ਸੀ? ਵਧੀਆ ਤਰੀਕੇ ਨਾਲ ਜਾਣਦੇ ਸੀ, ਸਾਰਾ ਕੁਝ ਸਹੀ ਸੀਗਾ। ਸਿੱਧੂ ਮੇਰੇ ਕੋਲ ਰਹਿੰਦਾ ਵੀ ਹੁੰਦਾ ਸੀ, ਮੇਰੇ ਘਰੇ ਵੀ ਆਉਂਦਾ ਸੀ, ਮੈਂ ਉਹਦੇ ਕੋਲ ਵੀ ਚਲੇ ਜਾਂਦਾ ਹੁੰਦਾ ਸੀ। ਤੁਸੀਂ ਕਿਹੜੀ ਜਗ੍ਹਾ ਰਹਿੰਦੇ ਸੀ? ਮੈਂ ਖੰਨੇ ਦੇ ਕੋਲ ਹੀ ਮੇਰਾ ਪਿੰਡ, ਮੇਰੇ ਘਰੇ। ਤੁਹਾਡੇ ਘਰੇ ਵੀ ਸਿੱਧੂ ਆਉਂਦਾ ਰਿਹਾ? ਹਾਂਜੀ, ਅਸੀਂ ਰਹਿੰਦੇ ਹੁੰਦੇ ਸੀ। ਮੇਰਾ ਕਿਹੜਾ ਹੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਆ ਵੀ ਉਹ ਨਹੀਂ ਆ ਸਕਦਾ ਸੀ, ਮੈਂ ਇੱਕ ਆਮ ਘਰ ਦਾ ਆਮ ਜਵਾਕ ਸੀਗਾ। ਮੇਰਾ ਤਾਂ ਕਦੇ ਕੋਈ ਨਾ ਕੋਈ ਮੇਰੇ ਤੇ ਪਰਚਾ, ਨਾ ਕੁਛ ਲੈਣਾ ਨਾ ਕੋਈ ਦੇਣਾ, ਨਾ ਇਹ ਗੈਂਗਾਂ ਦੇ ਨਾਲ ਸੰਬੰਧ ਜਾਂ ਕੁਛ ਵੀ, ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਨਾਲ। ਕੋਈ ਵੀ ਮੇਰਾ ਕ੍ਰਿਮੀਨਲ ਬੈਕਗਰਾਉਂਡ ਚੈੱਕ ਕਰਾ ਲਓ, FIR ਦੇਖ ਲਓ, ਮੇਰੇ ਤੇ ਇੱਕ ਵੀ ਕੋਈ ਹੋਈ ਹੋਵੇ ਜਾਂ ਕੁਛ ਵੀ ਹੋਇਆ ਹੋਵੇ, ਜਾਂ ਮੇਰੇ ਕਿਸੇ ਗੈਂਗਸਟਰ ਨਾਲ ਕੋਈ ਸੰਬੰਧ ਨਿਕਲੇ ਹੋਣ। ਇਸ ਪੂਰੀ ਕਹਾਣੀ ਦੇ ਵਿੱਚ ਜਦੋਂ ਸਿੱਧੂ ਦੇ ਰੌਲੇ ਪੈਂਦੇ ਆ ਜਾਂ ਇਹ ਸ਼ੁਰੂਆਤ ਹੁੰਦੀ ਹੈ, ਜਦੋਂ ਤੁਸੀਂ 1.5 ਸਾਲ ਪਹਿਲਾਂ ਮਿਲਦੇ ਹੋ, ਉਦੋਂ ਇਹ ਸਭ ਕੁਝ ਚੱਲ ਰਿਹਾ ਸੀ ਲਾਰੈਂਸ ਦੇ ਨਾਲ ਇਹ ਰੌਲਾ? ਭਾਈ ਮੈਂ ਸੁਣਿਆ ਜ਼ਰੂਰ ਸੀਗਾ ਵੀ ਜਦੋਂ ਟੂਰਨਾਮੈਂਟ ਵਾਲਾ ਕੋਈ ਕਿੱਸਾ ਹੋਇਆ ਸੀਗਾ ਵੀ ਆਏ ਤੇ ਆਇਆ ਸੀਗਾ, ਮੈਨੂੰ ਜਾਣ ਕੇ ਏਡਾ ਪਤਾ ਨਹੀਂ ਸੀਗਾ ਵੀ ਕੀ ਆ ਕੀ ਨਹੀਂ, ਜ਼ਰੂਰ ਸੁਣਿਆ ਜ਼ਰੂਰ ਸੀਗਾ ਵੀ ਹਾਂ। ਤੇ ਫਿਰ ਵੋਟਾਂ ਤੋਂ ਜਦੋਂ ਨਾ ਓਕੋ ਵਾਲਿਆਂ ਨੇ ਬੁਲਾ ਕੇ ਸਿਕਿਉਰਿਟੀ ਵਗੈਰਾ ਪ੍ਰੋਵਾਈਡ ਕੀਤੀ ਸੀਗੀ ਪਿਛਲੇ ਸਵਾ ਸਾਲ ਪਹਿਲਾਂ, ਉਦੋਂ ਜਾਣ ਕੇ ਮੈਨੂੰ ਪਤਾ ਲੱਗਿਆ ਸੀਗਾ ਹਾਂ ਵੀ ਥ੍ਰੈਟ ਆ ਸਿੱਧੂ ਨੂੰ ਤੇ ਇਹ ਆਇਓ ਸਾਰਾ ਕੁਛ। ਓਕੂ ਜਿਹੜਾ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਬੁਲਾਇਆ ਸੀ? ਹਾਂਜੀ, ਉਹਨਾਂ ਨੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀ ਤੇ ਗਨਮੈਨ ਪਹਿਲੀ ਵਾਰੀ ਉਦੋਂ ਹੀ ਮਿਲੇ ਸੀਗੇ। ਇਹ ਕਦੋਂ ਦੀ ਗੱਲ ਹੈ, ਕਿੰਨੀ ਪੁਰਾਣੀ ਗੱਲ ਹੈ ਇਹ? ਇਹਦੇ ਮੈਨੂੰ ਲੱਗਦਾ ਜੀ ਸਵਾ ਸਾਲ ਪੁਰਾਣੀ ਗੱਲ ਹੈ। ਮਤਲਬ ਜਦੋਂ ਚੰਨੀ ਸਰਕਾਰ ਸੀ, ਕਾਂਗਰਸ ਸਰਕਾਰ ਸੀਗੀ, ਉਦੋਂ ਸਿੱਧੂ ਨੂੰ ਆਲਰੇਡੀ ਥ੍ਰੈਟ ਆ ਰਹੀ ਸੀ, ਮਾਰਨ ਦੀਆਂ ਧਮਕੀਆਂ ਉਦੋਂ ਆ ਰਹੀਆਂ ਸੀ? ਉਦੋਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ ਉਹਨੇ, ਉਸ ਤੋਂ ਤੁਸੀਂ ਲਾ ਲਓ 6 ਮਹੀਨੇ ਪਹਿਲਾਂ, ਕਾਂਗਰਸ ਜੁਆਇਨ ਕਰਨ ਤੋਂ ਪਹਿਲਾਂ। ਤਾਂ ਫਿਰ ਇਹਦੇ ਬਾਰੇ ਜਦੋਂ ਪੁਲਿਸ ਨੇ ਦੱਸਿਆ ਸਿੱਧੂ ਨੂੰ ਕਿ ਤੈਨੂੰ ਮਾਰ ਸਕਦੇ ਆ? ਹਾਂਜੀ, ਪੁਲਿਸ ਨੇ ਦੱਸਿਆ ਸੀਗਾ ਵੀ ਮਾਰ ਸਕਦੇ ਨੇ, ਵੀ ਤੈਨੂੰ ਥ੍ਰੈਟ ਆ, ਵੀ ਤੇਰੇ ਤੇ ਕੋਈ ਬਹੁਤ ਬੜਾ ਹਮਲਾ ਹੋਊਗਾ ਤੇ ਵੀ ਤੂੰ ਆਪਣਾ ਧਿਆਨ ਰੱਖੀ। ਤੇ ਉਦੋਂ ਹੀ ਗੱਡੀ ਬੁਲਟ ਪ੍ਰੂਫ ਕਰਵਾਈ ਸੀਗੀ ਜਲੰਧਰ ਤੋਂ। ਤੇ ਫਿਰ ਇਸ ਗੱਲ ਦਾ ਤੁਹਾਨੂੰ ਦੱਸਿਆ ਸਿੱਧੂ ਨੇ ਕਿ ਲਾਰੈਂਸ ਦੇ ਨਾਲ ਕੋਈ ਰੌਲਾ ਹੈ? ਹਾਂ, ਪਤਾ ਸੀਗਾ ਜੀ ਵੀ ਲਾਰੈਂਸ ਗੈਂਗ ਵੀ ਕਰਨਾ ਚਾਹੁੰਦੀ ਆ, ਨੁਕਸਾਨ ਪਹੁੰਚਾਉਣਾ ਚਾਹੁੰਦੀ ਆ। ਇਹ ਵਿੱਕੀ ਦੇ ਮਰਡਰ ਤੋਂ ਬਾਅਦ ਦੀ ਗੱਲ ਹੈ? ਨਹੀਂ, ਪਹਿਲਾਂ ਦੀ ਗੱਲ ਹੈ। ਯਾਨੀ ਕਿ ਵਿੱਕੀ ਮਿੱਡੂ ਖੇੜਾ ਦੇ ਮਰਡਰ ਤੋਂ ਵੀ ਪਹਿਲਾਂ ਦੀ ਗੱਲ ਹੈ ਇਹ? ਪਹਿਲਾਂ ਦੀ ਗੱਲ ਆ, ਹਾਂਜੀ। ਤਾਂ ਪੁਲਿਸ ਨੇ ਉਦੋਂ ਜਦੋਂ ਕਿਹਾ ਤਾਂ ਫਿਰ ਸਿੱਧੂ ਨਾਲ ਜ਼ਿਕਰ ਕੀ ਹੋਇਆ ਤੁਹਾਡਾ? ਕੀ ਦੱਸਿਆ ਉਹਨੇ ਕਿ ਲਾਰੈਂਸ ਨਾਲ ਰੌਲਾ ਕੀ ਹੈ?
ਰੌਲਾ ਉਹਨੇ ਮੈਨੂੰ ਐਵੇਂ ਕਹਾ, ਮੈਨੂੰ ਕੁਛ ਨਹੀਂ ਦੱਸਿਆ ਵੀ ਕੀ ਰੌਲਾ ਕੀ ਨਹੀਂ, ਵੀ ਉਹ ਤਾਂ ਬਸ ਅਸੀਂ ਇਹੀ ਗੱਲਾਂ, ਇਹ ਜਿਵੇਂ ਇਹ ਗੱਲਾਂ ਕਰਦਾ ਹੁੰਦਾ ਸੀ ਵੀ ਆਪਣਾ ਰੌਲਾ ਕਿਸੇ ਨਾਲ ਕੀ ਆ, ਵੀ ਆਪਾਂ ਨੂੰ ਕਿਉਂ ਥ੍ਰੈਟ ਆ, ਵੀ ਕੀ ਆ, ਵੀ ਆਪਣਾ ਤਾਂ ਕਿਸੇ ਦੇ ਨਾਲ ਕੋਈ ਰੌਲਾ ਵੀ ਨਹੀਂ, ਰੌਲਾ ਹੀ ਨਹੀਂ ਨਾ ਸਮਝ ਆਇਆ। ਇਹ ਕਿਵੇਂ ਹੋ ਸਕਦਾ ਸ਼ਗਨ, ਤੁਸੀਂ ਇੰਨੇ ਨੇੜਲੇ ਦੋਸਤ ਹੋਵੋ ਤੇ ਤੁਸੀਂ ਇਹ ਪੁੱਛਿਆ ਵੀ ਨਾ ਹੋਵੇ ਵੀ ਜੇ ਮਾਰਨ ਤੱਕ ਦੀ ਧਮਕੀ ਆ ਰਹੀ ਹੈ ਤਾਂ ਕਿਉਂ ਆ ਰਹੀ ਹੈ? ਨਹੀਂ ਮੈਂ ਪੁੱਛਿਆ ਸੀਗਾ, ਮੈਨੂੰ ਇਹ ਜਦੋਂ ਜਿਵੇਂ ਇਹ ਆਮ ਇਹ ਗੱਲਾਂ ਚੱਲਦੀਆਂ ਨੇ ਨਾ ਵੀ ਐਕਸਟੋਰਸ਼ਨ ਦਾ ਹੋ ਗਿਆ, ਹੋਰ ਕੁਝ ਹੋ ਗਿਆ, ਸਾਨੂੰ ਇਹ ਲੱਗਦਾ ਸੀਗਾ ਵੀ ਐਕਸਟੋਰਸ਼ਨ ਕਰਕੇ ਹੋਊਗਾ ਜਾਂ ਹੋਰ ਕਿਸੇ ਚੀਜ਼ ਕਰਕੇ ਹੋਊਗਾ। ਜਾਣੀ ਕਿ ਏਡਾ ਖੁੱਲ ਕੇ ਮੈਨੂੰ ਸਿੱਧੂ ਨੇ ਦੱਸਿਆ ਵੀ ਨਹੀਂ ਸੀ ਕਦੇ ਵੀ ਆਹ ਰੌਲਾ ਜਾਂ ਹੋਰ ਕੋਈ ਰੌਲਾ, ਵੀ ਇਹੀ ਲੱਗਦਾ ਹੁੰਦਾ ਸੀਗਾ ਵੀ ਪੈਸੇ ਪੂਸੇ ਵਾਲਾ ਚੱਕਰ ਹੋ ਸਕਦਾ। ਪੈਸੇ ਮੰਗੇ ਸੀ ਕਿਸੇ ਨੇ? ਨਹੀਂ ਬਾਈ, ਮੇਰੇ ਸਾਹਮਣੇ ਤਾਂ ਕਦੇ ਕਿਸੇ ਨੇ ਨਹੀਂ ਮੰਗੇ ਪੈਸੇ, ਆਪਾਂ ਐਵੇਂ ਕਹਿ ਦਈਏ। ਲਾਰੈਂਸ ਨੇ ਜਾਂ ਗੋਲਡੀ ਬਰਾੜ ਨੇ ਜਾਂ ਕਿਸੇ ਨੇ ਕਦੇ ਸਿੱਧੂ ਤੋਂ ਕੋਈ ਪੈਸਾ ਮੰਗਿਆ? ਬਾਈ ਮੇਰੇ ਸਾਹਮਣੇ ਕਦੇ ਨਹੀਂ, ਨਾ ਮੈਨੂੰ ਦੱਸਿਆ ਉਹਨੇ ਵੀ ਪੈਸਾ ਮੰਗਿਆ, ਮੇਰੇ ਸਾਹਮਣੇ ਨਾ ਕਦੇ ਫੋਨ ਆਇਆ ਪੈਸਿਆਂ ਲਈ। ਵਿੱਕੀ ਮਿੱਡੂ ਖੇੜੇ ਨਾਲ ਸਿੱਧੂ ਦੇ ਸੰਬੰਧ ਕੈਸੇ ਸੀਗੇ? ਭਾਈ ਮੈਂ ਤਾਂ ਕਦੇ, ਜਿੱਦਾਂ ਮੇਰੀ ਸਾਲ 1.5 ਸਾਲ ਤੋਂ ਦੋਸਤੀ ਹੋਈ ਸੀਗੀ, ਅਸੀਂ ਤਾਂ ਕਦੇ ਵਿੱਕੀ ਨੂੰ ਮਿਲੇ ਵੀ ਨਹੀਂ ਸੀ, ਮੈਂ ਤਾਂ ਕਦੇ ਨਾਮ ਵੀ ਨਹੀਂ ਸੀ ਸੁਣਿਆ ਵਿੱਕੀ ਦਾ ਜਾਂ ਹੋਰ ਕੁਛ। ਹਾਂਜੀ, ਇਹ ਜ਼ਰੂਰ ਆ ਜਦੋਂ ਵਿੱਕੀ ਦੀ ਡੈਥ ਹੋਈ ਆ, ਸਿੱਧੂ ਉਹਦੇ ਘਰੇ ਜ਼ਰੂਰ ਜਾ ਕੇ ਆਇਆ, ਅਫਸੋਸ ਕਰਕੇ ਆਇਆ ਸੀ, ਮੇਰੇ ਯਾਦ। ਤੁਸੀਂ ਨਾਲ ਗਏ ਸੀ? ਨਹੀਂ ਮੈਂ ਨਹੀਂ ਸੀ ਨਾਲ ਗਿਆ, ਮੈਨੂੰ ਦੱਸਦਾ ਸੀਗਾ। ਤੁਹਾਡਾ ਨਾਮ ਆ ਰਿਹਾ ਉਸ ਮਰਡਰ ਦੇ ਵਿੱਚ ਸ਼ਰੇਆਮ, SIT ਤੋਂ ਲੈ ਕੇ ਗੋਲਡੀ ਬਰਾੜ, ਸਾਰੇ ਲਾਰੈਂਸ ਗਰੁੱਪ ਦੇ ਸਾਰੇ ਸਾਥੀ ਇਹ ਕਹਿੰਦੇ ਆ ਕਿ ਸ਼ਗਨ ਜਿਹੜਾ, ਔਰ ਸਭ ਤੋਂ ਪਹਿਲਾਂ ਤੁਹਾਡਾ ਨਾਂ ਹੀ ਸਾਹਮਣੇ ਆਇਆ ਕਿ ਸ਼ਗਨਪ੍ਰੀਤ ਇਨਵੋਲਡ ਹੈ ਇਸ ਮਰਡਰ 'ਚ। ਨਹੀਂ ਬਈ, ਮੇਰਾ ਤਾਂ ਕੋਈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਕੋਈ ਕੁਛ ਨਹੀਂ। ਹਾਂ ਇਹ ਜ਼ਰੂਰ ਹੋਇਆ ਮੇਰੇ ਨਾਲ, ਮੈਂ ਇੱਕ ਗਲਤ ਟਾਈਮ ਜ਼ਰੂਰ ਪਹੁੰਚ ਗਿਆ ਸੀਗਾ, ਜਦ ਮੈਂ ਉੱਥੇ ਦੇਖਿਆ ਵੀ ਬੰਦੇ ਗਲਤ ਨੇ, ਆਪਾਂ ਉੱਥੋਂ ਨਿਕਲ ਕੇ ਵਾਪਸ ਆ ਗਏ। ਕਿੱਥੇ ਪਹੁੰਚੇ ਤੁਸੀਂ? ਹਾਂਜੀ, ਕਿੱਥੇ ਪਹੁੰਚੇ? ਮੈਂ ਕਿਸੇ ਜਗ੍ਹਾ ਜਿੱਥੇ ਉਹ ਰੁਕੇ ਰਾਕੇ ਹੋਣੇ ਨੇ। ਤਾਂ ਤੁਸੀਂ ਇਹ ਕਬੂਲਦੇ ਹੋ ਇਹ ਗੱਲ ਕਿ ਜਿੱਥੇ ਉਹ ਰੁਕੇ ਸੀ ਤੁਸੀਂ ਉਸ ਜਗ੍ਹਾ ਤੇ ਗਏ ਸੀ? ਉੱਥੇ ਅਕਸਰ ਚਲੇ ਜਾਂਦੇ ਹੁੰਦੇ ਸੀਗੇ ਉਹ, ਇੱਕ ਜਿਵੇਂ ਅੱਗੇ ਵੀ ਬਹਿੰਦੇ ਹੁੰਦੇ ਸੀਗੇ, ਇੱਕ ਉਹ ਜਿਵੇਂ ਨਾਰਮਲ ਸਟੂਡੀਓ ਸੀਗਾ, ਤੇ ਉੱਥੇ ਅਕਸਰ ਵੀ ਬੈਠ ਬੂਠ ਜਾਂਦੇ ਹੁੰਦੇ ਸੀ। ਉਹ ਕਿਹੜਾ ਪਹਿਲੀ ਵਾਰੀ ਗਿਆ ਸੀਗਾ ਮੈਂ ਉੱਥੇ, ਅਕਸਰ ਬਹੁਤ ਜਾਣੇ ਜਾਂਦੇ ਸੀਗੇ ਉੱਥੇ, ਸਟੂਡੀਓ ਸੀਗਾ। ਹੁਣ ਸਟੂਡੀਓ ਦੇ ਵਿੱਚ ਕੋਈ ਆਉਂਦਾ ਕੋਈ ਜਾਂਦਾ, ਹੁਣ ਕੀ ਪਤਾ ਕਿਹਦਾ ਸਟੂਡੀਓ ਹੈ ਉਹ? ਕਿਸੇ ਮਿੱਤਰ ਦਾ ਸੀਗਾ ਅੱਗੇ ਤੋਂ ਅੱਗੇ। ਸਿੱਧੂ ਵੀ ਉੱਥੇ ਜਾਂਦਾ ਸੀ ਉਸ ਸਟੂਡੀਓ ਦੇ ਵਿੱਚ? ਨਹੀਂ, ਉਹ ਕਦੇ ਵੀ ਨਹੀਂ, ਸਿੱਧੂ ਉਸ ਸਟੂਡੀਓ ਦੇ ਲਵੇ 'ਚ ਵੀ ਨਹੀਂ ਲੰਘਿਆ ਕਦੇ। ਤੁਹਾਡੇ ਬਾਰੇ ਬੜਾ ਸਪਸ਼ਟ ਸਵਾਲ ਲਗਾਤਾਰ ਇਹ ਆ ਰਿਹਾ ਹੈ, ਔਰ ਖਾਸ ਤੌਰ ਤੇ ਗੋਲਡੀ ਨੇ ਜਿਸ ਤਰ੍ਹਾਂ ਤੁਹਾਡੀ ਭੂਮਿਕਾ ਬਾਰੇ ਦੱਸਿਆ, ਦਿੱਲੀ ਦੀ ਪੁਲਿਸ ਨੇ ਕਿਹਾ ਕਿ ਸ਼ਗਨਪ੍ਰੀਤ ਦੀ ਭੂਮਿਕਾ ਹੈ, ਬਕਾਇਦਾ ਅੰਬਾਲੇ ਤੋਂ ਸ਼ਗਨਪ੍ਰੀਤ ਲੈ ਕੇ ਆਉਣਾ ਹੈ, ਯਾਨੀ ਕਿ ਤੁਸੀਂ ਲੈ ਕੇ ਆਉਨੇ ਹੋ ਉੱਥੋਂ ਜਿਹੜੇ ਸ਼ੂਟਰ ਨੇ ਇੱਕ ਕਾਰ ਦੇ ਵਿੱਚ। ਬਾਈ ਕਿਤੇ ਵੀ ਰਿਟਨ ਦੇ ਵਿੱਚ ਇਨਵੈਸਟੀਗੇਸ਼ਨ 'ਚ ਸਾਹਮਣੇ ਨਹੀਂ ਆਇਆ। ਇਹ ਸਿਰਫ ਤੇ ਸਿਰਫ ਹਵਾ 'ਚ ਗੱਲਾਂ ਕੀਤੀਆਂ ਗਈਆਂ ਨੇ ਵੀ ਮੈਂ ਅੰਬਾਲੇ ਤੋਂ ਲੈ ਕੇ ਆਇਆ, ਮੈਂ ਰੈਕੀ ਕਰਾਈ, ਮੈਂ ਇਹ ਕੀਤਾ, ਮੈਂ ਉਹ ਕੀਤਾ। ਕਿਤੇ ਵੀ SIT ਨੇ ਰਿਟਨ ਦੇ ਵਿੱਚ ਵੀ ਨਹੀਂ ਦਿੱਤਾ ਹੋਇਆ। ਤੁਸੀਂ ਆਪਣੀ ਫੋਰਚੂਨਰ ਕਾਰ ਇੱਕ ਆਪਣੇ ਦੋਸਤ ਦੇ ਘਰ ਛੱਡ ਕੇ ਆਉਂਦੇ ਹੋ, ਉਹਦੇ ਤੋਂ ਸਿਲਵਰ ਰੰਗ ਦੀ ਸਵਿਫਟ ਗੱਡੀ ਲੈਂਦੇ ਹੋ ਅੰਬਾਲੇ ਤੋਂ, ਉਸ ਤੋਂ ਬਾਅਦ ਸ਼ੂਟਰਾਂ ਨੂੰ 2 ਸ਼ੂਟਰਾਂ ਨੂੰ ਨਾਲ ਬਿਠਾ ਕੇ ਲਿਆਉਂਦੇ ਹੋ 3 ਨੂੰ। ਨਹੀਂ ਬਾਈ ਕਿਤੇ ਵੀ ਨਹੀਂ ਗਾ ਇਹ ਵੀ ਮੈਂ ਅੰਬਾਲੇ ਗਿਆ ਜਾਂ ਮੇਰੀ ਕਦੇ ਫੋਨ ਦੀ ਲੋਕੇਸ਼ਨ ਅੰਬਾਲੇ ਹੋਊਗੀ, ਮੈਂ ਉਹਨਾਂ ਨੂੰ ਲੈ ਕੇ ਆਇਆ ਜਾਂ ਕੁਛ ਵੀ ਹੋਵੇ। ਚਲੋ ਇਹ ਕਹਿੰਦੇ ਨੇ ਨਾ ਵੀ ਮੈਂ ਰੈਕੀ ਕਰਾਈ ਆ, ਮੈਂ ਇਹ ਕੀਤਾ, ਮੈਂ ਉਹ ਕੀਤਾ। ਤੁਸੀਂ ਮੈਂ ਸਪੋਜ਼ ਕਰਾ ਲਓ ਵੀ ਕਿਸੇ ਕੋਈ ਨਾ 4 ਸਟੇਟਾਂ ਦੂਰੋਂ ਬੰਦਾ ਵੀ ਆਉਂਦਾ, ਮੈਂ ਰਾਤ ਨੂੰ ਉਹਦੀ ਰੈਕੀ ਵੀ ਕਰਾਤਾ, ਰੈਕੀ ਕਰਾ ਦਿੰਦਾ, ਤੇ ਉਹ ਸਵੇਰੇ ਬੰਦੇ ਉਹੀ ਜਗ੍ਹਾ ਤੇ ਇਕੱਲੇ ਕਿਵੇਂ ਪਹੁੰਚ ਸਕਦੇ ਨੇ? ਸਵੇਰੇ 5 ਵਜੇ ਤੁਸੀਂ ਇੱਕ ਹੋਰ ਗੱਡੀ ਲੈਂਦੇ ਹੋ I-20, ਉਹਦੀ ਨੰਬਰ ਪਲੇਟ ਚੇਂਜ ਕੀਤੀ ਜਾਂਦੀ ਹੈ। ਉਸ ਵੇਲੇ ਜਦੋਂ ਨੰਬਰ ਪਲੇਟ ਚੇਂਜ ਹੋ ਰਹੀ ਸੀ, ਹਰਿਆਣਾ ਨੰਬਰ ਗੱਡੀ ਤੋਂ PB 65 ਦੀ ਨੰਬਰ ਪਲੇਟ ਲੱਗਦੀ ਹੈ, ਤੁਸੀਂ ਉਸ ਵੇਲੇ ਮੌਜੂਦ ਹੁੰਦੇ ਹੋ। ਬਕਾਇਦਾ ਤੌਰ ਤੇ SIT ਕਹਿ ਰਹੀ ਹੈ, ਐਸੀਆਂ ਮੀਡੀਆ ਦੇ ਵਿੱਚ ਖਬਰਾਂ ਨੇ ਕਿ ਹਾਈ ਕੋਰਟ ਤੱਕ ਨੂੰ SIT ਨੇ ਸਾਰੀ ਡਿਟੇਲ ਦਿੱਤੀ ਹੈ। ਬਾਈ ਜਮਾ ਹੀ ਨਹੀਂ, ਇਹੀ ਜਿਹੀ ਤਾਂ ਕੋਈ ਗੱਲਬਾਤ ਹੀ ਨਹੀਂ। ਮੈਂ ਉਹ ਜਿਸ ਦਿਨ ਵਿੱਕੀ ਦਾ ਮਰਡਰ ਹੋਇਆ ਉਸ ਰਾਤ ਮੈਂ ਇੱਕ ਆਪਣੇ ਦੋਸਤ ਦੇ ਘਰੇ ਸੁੱਤਾ, ਉਸ ਦੋਸਤ ਦੇ ਘਰੇ ਕੈਮਰੇ ਵੀ ਲੱਗੇ ਹੋਏ ਨੇ ਬਕਾਇਦਾ। ਉਹ ਹੁਣ ਚਲੋ ਡਰ ਰਿਹਾ, ਮੀਡੀਆ ਦੇ ਅੱਗੇ ਨਹੀਂ ਆ ਰਿਹਾ, ਉਹਨੇ ਮੈਨੂੰ ਫੁਟੇਜ ਵਗੈਰਾ ਵੀ ਨਹੀਂ ਦਿੱਤੀ। ਉਹ ਬੰਦੇ ਦੇ ਮੈਂ ਘਰੇ ਰਿਹਾ ਬਕਾਇਦਾ, ਮੈਂ ਉੱਥੇ ਪਿਆ, ਤੇ ਸਵੇਰੇ 11-12 ਵਜੇ ਉੱਠ ਕੇ ਆਪਣਾ ਆਰਾਮ ਦੇ ਨਾਲ ਮੈਂ ਆਪਣਾ ਘਰ ਨੂੰ ਗਿਆ। ਆਪਣੇ ਘਰ ਕਿਉਂ ਨਹੀਂ ਰਹੇ ਫਿਰ ਰਾਤ? ਤੁਸੀਂ ਕਿਸੇ ਹੋਰ ਦੋਸਤ ਦੇ ਘਰ ਕਿਉਂ ਰਹਿਣਾ ਪਿਆ? ਅਸੀਂ ਇੱਕ ਨੇ ਜਿਵੇਂ ਹੁਣ ਮੋਹਾਲੀ ਚੰਡੀਗੜ੍ਹ ਜਾਂਦੇ ਹੁੰਦੇ ਯਾਰ ਦੋਸਤਾਂ ਦੇ ਘਰੇ ਰਹਿ ਪੈਂਦੇ ਹੁੰਦੇ ਸੀ, ਕਦੇ ਕਿਤੇ ਰਹਿ ਪਏ, ਕਦੇ ਇੱਕ ਨੇ ਯਾਰਾਂ ਦੋਸਤਾਂ ਦੇ ਰਹਿ ਪੈਂਦੇ ਹੁੰਦੇ ਸੀਗੇ। ਸਵੇਰੇ ਮੈਂ ਉੱਠ ਗਿਆ, ਉਹਦਾ ਪਿੰਡ ਨੂੰ ਚਲੇ ਗਿਆ ਸੀਗਾ। ਔਰ ਬਕਾਇਦਾ ਇਹ ਕਿਹਾ ਗਿਆ ਕਿ ਤੁਸੀਂ
ਹਾਂਜੀ ਹਾਂਜੀ। ਤੁਸੀਂ ਬਕਾਇਦਾ ਫੋਟੋਆਂ ਦਿਖਾਈਆਂ, ਸਵੇਰੇ ਵਿੱਕੀ ਜਿਮ ਜਾਂਦਾ ਸੀ, ਉਹਦੇ ਘਰ ਦੇ ਬਾਹਰ ਜਾ ਕੇ ਤੁਸੀਂ ਲੋਕੇਸ਼ਨ ਦਿਖਾਈ, ਰੈਕੀ ਕਰਵਾਈ, ਔਰ ਉਸ ਤੋਂ ਬਾਅਦ ਉੱਥੋਂ ਤੁਸੀਂ ਨਿਕਲ ਜਾਂਦੇ ਹੋ ਆਪ। ਬਾਈ ਮੈਂ ਤਾਂ ਵਿੱਕੀ ਦੇ ਨਾਮ ਦੇ ਬੰਦੇ ਨੂੰ ਜਾਣਦਾ ਤੱਕ ਨਹੀਂ ਸੀਗਾ, ਕੌਣ ਆ ਵਿੱਕੀ, ਕੌਣ ਆ ਨਹੀਂ। ਮੇਰਾ ਉਹਦੇ ਨਾਲ ਕੀ ਦੁਸ਼ਮਣੀ ਆ ਵੀ ਮੈਂ ਉਹਦਾ ਇਹ ਕੁਛ ਕਰਾਉਂਗਾ। ਮੇਰੀ ਉਹਦੇ ਨਾਲ ਕੋਈ ਲਾਗ ਡਾਟ ਹੀ ਨਹੀਂ ਸੀ। ਨਾ ਮੈਂ ਇੱਧਰ ਬੰਬੀਹਾ ਗਰੁੱਪ ਦਾ ਕਦੇ ਸੁਣਿਆ ਸੀਗਾ ਵੀ ਕੀ ਆ ਕੀ ਨਹੀਂ, ਕੌਣ ਆ ਕੌਣ ਨਹੀਂ, ਕੋਈ 1% ਵੀ ਨਹੀਂ। ਮੈਂ ਜਾਣ ਕੇ ਵਿੱਕੀ ਨੂੰ ਨਾ ਕਦੇ ਦੇਖਿਆ, ਮੈਂ ਕਦੇ ਦੂਰੋਂ ਵੀ ਨਹੀਂ ਸੀ ਦੇਖਿਆ ਉਹ ਬੰਦਾ। ਗੋਲਡੀ ਬਰਾੜ ਨੇ ਜੋ ਤੁਸੀਂ ਸੁਣਿਆ ਹੋਣਾ ਉਹ ਸਾਰੀ ਗੱਲਾਂ ਕੀਤੀਆਂ ਨੇ, ਤੁਹਾਡਾ ਨਾਮ ਵੀ ਬਕਾਇਦਾ ਲਿਆ, ਦੱਸਿਆ, ਔਰ ਉਹਨਾਂ ਨੇ ਕਿਹਾ ਕਿ ਇਹ ਸਿੱਧੂ ਨੇ ਇਹਨੂੰ ਬਾਹਰ ਭੇਜਤਾ, ਆਸਟ੍ਰੇਲੀਆ ਭੇਜਤਾ ਇਸੇ ਕਰਕੇ ਕਿਉਂਕਿ ਕਤਲ 'ਚ ਨਾਮ ਆ ਗਿਆ ਸੀ। ਬਾਈ ਮੈਂ ਆਲਰੇਡੀ ਪਹਿਲਾਂ 2 ਵਾਰੀ ਆਸਟ੍ਰੇਲੀਆ ਆ ਚੁੱਕਿਆ ਸੀਗਾ। ਮੈਂ ਇੱਥੇ, ਮੇਰੀ ਫੈਮਿਲੀ ਇੱਥੇ ਰਹਿੰਦੀ ਆ, ਸਾਰਾ ਮੇਰਾ ਟੱਬਰ ਇੱਥੇ ਰਹਿੰਦਾ। ਮੈਂ ਆਲਰੇਡੀ ਆਇਆ ਹੋਇਆ ਸੀ 2 ਵਾਰੀ। ਮੈਂ ਦੁਬਈ ਤੋਂ, ਜੇ ਮੇਰੇ ਮਨ 'ਚ ਚੋਰ ਹੁੰਦਾ ਮੈਂ ਦੁਬਈ ਤੋਂ ਸਿੱਧਾ ਆਸਟ੍ਰੇਲੀਆ ਜਾ ਸਕਦਾ ਸੀਗਾ। ਮੈਂ ਬਕਾਇਦਾ ਉਹ 24 ਮਾਰਚ ਨੂੰ ਉਹ ਸ਼ੂਟਰ ਫੜੇ ਗਏ ਨੇ। 24 ਮਾਰਚ ਨੂੰ ਅਖਬਾਰ ਦੇ ਵਿੱਚ 24 ਜਾਂ 26 ਮਾਰਚ ਨੂੰ ਛਪ ਗਿਆ ਸੀ ਵੀ ਵਿੱਕੀ ਮਿੱਡੂ ਖੇੜਾ ਦੇ, ਇਹ ਕਿਸੇ ਅਖਬਾਰ 'ਚ ਅਸੀਂ ਵੀ ਪੜ੍ਹਿਆ ਸੀ, ਅਸੀਂ ਉਦੋਂ ਦੁਬਈ ਸੀ, ਵੀ ਸ਼ੂਟਰ ਫੜੇ ਗਏ ਨੇ। ਤੇ ਜੇ ਉਹੀ ਮੈਂ 26 ਮਾਰਚ ਨੂੰ ਛਪਿਆ ਹੋਇਆ ਸੀਗਾ, ਮੈਂ ਆਪਣਾ ਉੱਥੋਂ ਹੀ, ਜੇ ਮੇਰੇ ਮਨ 'ਚ ਚੋਰ ਹੁੰਦਾ ਮੈਂ ਦੁਬਈ ਤੋਂ ਹੀ ਆਸਟ੍ਰੇਲੀਆ ਦੀ ਫਲਾਈਟ ਕਰਵਾ ਸਕਦਾ ਸੀ। ਮੈਂ ਫੇਰ ਵੀ ਇੰਡੀਆ ਆਇਆ। ਉਸ ਤੋਂ ਕਿੰਨੀ ਤਰੀਕ ਨੂੰ ਤੁਸੀਂ ਇੰਡੀਆ ਆਉਂਦੇ ਹੋ? ਸ਼ੋਅ ਕਿੰਨੀ ਤਰੀਕ ਨੂੰ ਸੀ? 26 ਦਾ ਸੀਗਾ। ਮੈਂ ਅਸੀਂ 2 ਤਰੀਕ ਨੂੰ ਆਉਂਦੇ, ਮੈਨੂੰ ਲੱਗਦਾ 2 ਜਾਂ 1, 2 ਦੇ ਖੱਬੇ। ਔਰ ਫਿਰ ਉਸੇ ਦਿਨ ਹੀ ਤੁਸੀਂ ਆਸਟ੍ਰੇਲੀਆ ਨਿਕਲ ਜਾਂਦੇ ਹੋ ਦਿੱਲੀ ਤੋਂ ਹੀ? ਬਾਈ ਮੈਂ ਗਿਆ 6-7 ਨੂੰ ਆਸਟ੍ਰੇਲੀਆ। ਤਾਂ 4-5 ਦਿਨ ਤੁਸੀਂ ਇੱਥੇ ਸੀ, ਉਹਨੇ ਦਿਨ ਪੁਲਿਸ ਨੇ ਤੁਹਾਡੇ? ਮੈਂ ਇੰਡੀਆ ਰਿਹਾ ਬਕਾਇਦਾ। ਆਪਦੇ ਨਾਰਮਲ ਰੂਟੀਨ ਦੇ ਜੋ ਕੰਮ ਸੀ ਮੈਂ ਉਹ ਕੀਤੇ ਨੇ। ਮੈਂ ਰਿਹਾ ਤੇ ਮੈਂ ਆਪਣਾ ਫੈਮਿਲੀ ਮੇਰੀ ਸਾਰੀ ਆਸਟ੍ਰੇਲੀਆ ਰਹਿੰਦੀ ਸੀਗੀ ਤੇ ਫਿਰ ਮੈਂ ਆਉਣਾ ਸੀਗਾ, ਮੇਰਾ ਆਲਰੇਡੀ ਪਲਾਨ ਸੀਗਾ। ਪੁਲਿਸ ਨੇ ਪੜਤਾਲ ਨਹੀਂ ਕੀਤੀ ਉਹਨਾਂ ਦਿਨਾਂ 'ਚ ਤੁਹਾਡੇ ਤੋਂ, ਜਾਂ ਦਿੱਲੀ ਪੁਲਿਸ ਨੇ ਤੁਹਾਨੂੰ ਸੱਦਿਆ ਨਹੀਂ? ਕੋਈ ਮੇਰਾ ਫੋਨ ਤਾਂ ਔਨ ਸੀਗਾ, ਮੇਰਾ ਸਾਰਾ ਕੁਝ ਔਨ ਸੀ। ਮੈਂ ਬਕਾਇਦਾ ਆਪਣੇ ਘਰੇ ਰਹਿੰਦਾ ਸੀ, ਮੈਨੂੰ ਇੱਕ ਵੀ ਫੋਨ ਨਹੀਂ ਆਇਆ, ਕੋਈ ਕੁਝ ਨਹੀਂ ਆਇਆ, ਕੋਈ ਪੜਤਾਲ ਨਹੀਂ ਹੋਈ। ਤਾਂ ਜਿਹੜੇ ਤੁਸੀਂ ਆਸਟ੍ਰੇਲੀਆ ਗਏ, ਤੁਸੀਂ ਕਹਿ ਰਹੇ ਹੋ ਕਿ ਸਿੱਧੂ ਦੇ ਕਹਿਣ ਤੇ ਨਹੀਂ ਗਏ ਤੁਸੀਂ? ਨਹੀਂ ਉਹਦੇ ਕਹਿਣ ਤੇ ਮੈਂ ਕਿਉਂ ਜਾਣਾ? ਕਿਉਂਕਿ ਉਸ ਵੇਲੇ ਆਮ ਤੌਰ ਤੇ ਗੱਲਾਂ ਹੋਈਆਂ ਕਿ ਸ਼ਗਨਪ੍ਰੀਤ ਨੂੰ ਸਿੱਧੂ ਨੇ ਆਸਟ੍ਰੇਲੀਆ ਭੇਜਤਾ। ਨਹੀਂ ਉਹਨੇ ਮੈਨੂੰ ਕਿਉਂ ਭੇਜਣਾ ਆਸਟ੍ਰੇਲੀਆ? ਮੇਰਾ ਆਲਰੇਡੀ ਪਲਾਨ ਸੀਗਾ ਸਾਰਾ। ਵਿੱਕੀ ਮਿੱਡੂ ਖੇੜਾ ਨੂੰ ਮਿਲੇ ਸੀ ਕਦੇ ਤੁਸੀਂ? ਮੈਂ ਦੇਖਿਆ ਤੱਕ ਨਹੀਂ ਸੀ ਵਿੱਕੀ ਮਿੱਡੂ ਖੇੜਾ, ਦੂਰੋਂ ਤੱਕ ਵੀ ਨਹੀਂ ਸੀ ਦੇਖਿਆ ਕੌਣ ਆ ਵਿੱਕੀ ਨਹੀਂ। ਮੈਂ ਤਾਂ ਜਾਣਦਾ ਤੱਕ ਨਹੀਂ ਸੀ ਵਿੱਕੀ ਮਿੱਡੂ ਖੇੜੇ ਨੂੰ। ਨਾ ਮੇਰਾ ਜੀ ਕੁਛ ਏਦਾਂ ਵੀ ਮੈਂ ਸਟੂਡੈਂਟ ਪੋਲੀਟਿਕਸ 'ਚ ਰਿਹਾ, ਯੂਨੀਵਰਸਿਟੀ, ਮੈਂ ਕਦੇ ਯੂਨੀਵਰਸਿਟੀ ਨਹੀਂ ਪੜ੍ਹਿਆ ਜਾਂ ਹੋਰ ਕੁਛ ਨਹੀਂ। ਮੇਰਾ ਤਾਂ ਕੋਈ ਲਿਖਤ ਹੀ ਨਹੀਂ ਸੀ ਵਿੱਕੀ ਦੇ ਨਾਲ ਕੀ ਆ ਕੀ ਨਹੀਂ। ਪਰ ਜੇ ਉਹ ਸਿੱਧੂ ਮੂਸੇਵਾਲੇ ਦੇ ਨਾਲ ਉਹਦੀ ਦੋਸਤੀ ਸੀ ਜਾਂ ਉਹਨਾਂ ਦਾ ਆਪਸ 'ਚ ਕਦੇ ਕਦਾਈ ਉੱਠਣ ਬਹਿਣ ਜਾਂ ਮਾੜੀ ਮੋਟੀ ਗੱਲਬਾਤ ਹੁੰਦੀ, ਤੁਸੀਂ ਇੰਨੇ ਕਲੋਜ਼ ਦੋਸਤ ਸੀਗੇ, ਤੁਹਾਨੂੰ ਪਤਾ ਵੀ ਨਹੀਂ ਸੀ ਕਿ ਮਿੱਡੂ ਖੇੜਾ ਕੌਣ ਹੈ? ਨਹੀਂ ਕਦੇ ਸਿੱਧੂ ਉਹਨੂੰ ਮਿਲਿਆ ਹੀ ਨਹੀਂ ਸੀ ਕਦੇ ਨਾ ਵਿੱਕੀ ਦਾ ਜ਼ਿਕਰ ਹੋਇਆ ਸੀਗਾ ਜਦੋਂ ਅਸੀਂ ਇਕੱਠੇ ਹੁੰਦੇ ਸੀ, ਨਾ ਸਿੱਧੂ ਮੇਰੇ ਨਾਲ ਉਹਨੂੰ ਕਦੇ ਮਿਲਿਆ ਸੀ। ਮੋਹਾਲੀ ਚੰਡੀਗੜ੍ਹ ਬਥੇਰਾ ਗਏ ਆ, ਕਦੇ ਵੀ ਨਹੀਂ ਸਿੱਧੂ ਮਿਲਿਆ। ਗੋਲਡੀ ਬਰਾੜ ਨੇ ਇਹ ਗੱਲ ਇੱਕ ਇੰਟਰਵਿਊ 'ਚ ਕਹੀ ਹੈ, ਉਹ ਕਹਿੰਦਾ ਕਿ ਵਿੱਕੀ ਨੇ ਕਿਹਾ ਸੀ ਸਿੱਧੂ ਨੂੰ ਕਿ ਲਾਰੈਂਸ ਤੋਂ ਮਾਫੀ ਮੰਗ ਲੈ ਤੂੰ, ਇਹੋ ਜੀ ਕੋਈ ਗੱਲ ਹੋਈ ਸੀ? ਨਹੀਂ ਬਾਈ, ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਕੋਈ ਹੋਈ ਹੋਵੇ ਜਾਂ ਨਹੀਂ ਹੋਈ ਹੋਵੇ। ਇਹ ਗੱਲ ਦਾ ਨਹੀਂ ਮੈਨੂੰ ਪਤਾ ਵੀ ਮਾਫੀ ਮੂਫੀ ਵਾਲਾ ਜਾਂ ਮੇਰੇ ਨਾਲ ਸਿੱਧੂ ਨੇ ਕਦੇ ਡਿਸਕਸ ਕੀਤੀ ਹੋਵੇ, ਕਦੇ ਵੀ ਨਹੀਂ। ਇਸ ਪੂਰੇ ਮੈਟਰ ਬਾਰੇ ਤੁਹਾਡੇ ਨਾਲ ਕੀ ਡਿਸਕਸ ਕੀਤਾ? ਇਸ ਪੂਰੇ ਇਸ਼ੂ ਬਾਰੇ, ਲਾਰੈਂਸ ਬਾਰੇ ਕੀ ਡਿਸਕਸ ਹੋਇਆ ਤੁਹਾਡੇ ਨਾਲ? ਲਾਰੈਂਸ ਬਾਰੇ ਜ਼ਿਆਦਾ ਕਦੇ ਗੱਲ ਹੀ ਨਹੀਂ ਸੀ ਹੋਈ। ਲਾਰੈਂਸ ਬਾਰੇ ਬਸ ਬੁਲਟ ਪ੍ਰੂਫ ਕਾਰ ਸੀਗੀ, ਗਨਮੈਨ ਸੀਗੇ ਕੋਲ, ਤੇ ਹਾਂ ਇਹ ਸੀਗਾ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜਾ ਕੁਛ ਹੋਇਆ ਸੀਗਾ। ਹਰਿਆਣੇ ਤੋਂ STF ਵਾਲੇ ਬੰਦੇ ਆਏ ਸੀਗੇ, ਇੰਟੈਲੀਜੈਂਸੀ ਆਈ ਸੀਗੀ ਵੀ ਇੱਥੇ ਸਿੱਧੂ ਨੂੰ 6-7 ਵਾਰੀ ਅਟੈਕ ਹੋਇਆ ਸਿੱਧੂ ਤੇ ਵੀ ਉਹ ਤੁਹਾਡੇ ਤੇ ਅਟੈਕ ਕਰਨਗੇ ਤੇ ਵੀ ਅਸੀਂ ਉਹਨਾਂ ਨੂੰ ਫੜਨ ਆਏ ਆ ਜਾਂ ਐਨਕਾਊਂਟਰ ਕਰਨ ਆਏ ਆ। ਇਹ ਗੱਲ ਜ਼ਰੂਰ ਹੋਈ ਆ, ਸਾਰਾ ਕੁਛ ਸੀਗਾ। ਤੇ ਉਹ ਵੋਟਾਂ ਦੇ ਵਿੱਚ ਵੀ ਅਟੈਕ ਕਰਨ ਨੂੰ ਫਿਰਦੇ ਸੀਗੇ ਸਿੱਧੂ ਤੇ, ਜਦੋਂ ਇਹ ਇਲੈਕਸ਼ਨ ਸੀਗੀ। ਉਹ ਸਿਕਿਉਰਿਟੀ ਬਹੁਤ ਟਾਈਟ ਸੀਗੀ, ਤਾਂ ਕਰਕੇ ਉਹ ਨਹੀਂ ਹੋਇਆ ਹੋਣਾ। ਸ਼ਾਹਰੁਖ ਜਦੋਂ ਆਇਆ ਥੋੜੀ ਹੋਇਆ, ਪਹਿਲਾਂ ਵੀ ਕਈ ਵਾਰੀ ਹੁੰਦੇ ਰਹੇ ਨੇ, ਉਹਦੇ ਘਰ ਦੇ ਬਾਹਰੋਂ ਵੀ ਬੰਦੇ ਮੁੜਦੇ ਰਹੇ ਨੇ। ਔਰ ਇਸ ਗੱਲ ਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਸੀ? ਅਸੀਂ ਦੱਸਦੇ ਹੁੰਦੇ ਸੀ, ਉਹਦੇ ਫਾਦਰ ਸਾਹਿਬ ਵੀ ਦੱਸਦੇ ਹੁੰਦੇ ਸੀ, ਜਿਵੇਂ ਨਾਲ ਰਹਿੰਦੇ ਸੀ, ਪਤਾ ਹੀ ਆਪਸ ਚ ਗੱਲਾਂ ਕਰਦੇ ਸੀ ਵੀ ਹਾਂ ਵੀ ਆਹ ਵੇਖ ਵੀ ਆਏ ਆ। ਇਹਨੂੰ ਪਤਾ ਵੀ ਨਹੀਂ ਸੀ ਹੁੰਦਾ ਵੀ ਕੌਣ ਆ ਕੌਣ ਨਹੀਂ।
ਸ਼ਾਹਰੁਖ ਜਿਹੜਾ ਸਿੱਧੂ ਨੂੰ ਮਾਰਨ ਵਾਸਤੇ ਆਇਆ ਸੀਗਾ, ਕੀ ਸਿੱਧੂ ਨੂੰ ਜਾਂ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਬੰਦਾ ਮਾਰਨ ਆਇਆ? ਹਾਂਜੀ ਹਾਂਜੀ ਹਾਂਜੀ, ਉਹ ਮੈਂ ਸ਼ੂਟਰਾਂ ਦੀਆਂ ਫੋਟੋਆਂ ਵਗੈਰਾ ਸਾਨੂੰ ਇੰਟੈਲੀਜੈਂਸੀ ਵਾਲੇ ਸਾਰਾ ਕੁਝ ਦੇ ਗਏ ਸੀ ਵੀ ਇਹ ਬੰਦੇ ਅਟੈਕ ਕਰ ਸਕਦੇ ਨੇ ਤੁਹਾਡੇ ਤੇ, ਸਾਰਾ ਕੁਝ ਉਹਦੇ ਗਨਮੈਨਾਂ ਕੋਲ ਬਕਾਇਦਾ ਸਾਰਿਆਂ ਕੋਲ ਫੋਟੋਆਂ ਸੀਗੀਆਂ ਵੀ ਤੁਹਾਡੇ ਤੇ ਅਟੈਕ ਹੋ ਸਕਦਾ। ਪਰ ਇਲੈਕਸ਼ਨ ਦੇ ਵਿੱਚ ਉਹਦੇ ਕੋਲ ਸਿਕਿਉਰਿਟੀ ਵਗੈਰਾ ਬਹੁਤ ਤਾਮਾ ਜਾਮਾ ਤਗੜਾ ਸੀ। ਤੁਸੀਂ ਕਹਿ ਰਹੇ ਹੋ ਕਿ ਪ੍ਰੈਸ ਕਾਨਫਰੰਸ ਕਰਨੀ ਸੀ, ਕੋਈ ਕਿਸ ਬਾਰੇ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੇ ਸੀ? ਵੀ ਇਹੀ ਸਾਡਾ ਵਿੱਕੀ ਦੇ ਨਾਲ ਕੋਈ ਉਹ ਨਹੀਂ ਸੀਗਾ ਵੀ ਸਿੱਧੂ ਦਾ ਜੋ ਵੀ ਸੀਗਾ ਵੀ ਉਹ ਮੇਰਾ ਮੈਨੇਜਰ ਨਹੀਂ ਸੀ, ਇੱਕ ਮੇਰਾ ਚੰਗਾ ਯਾਰ ਸੀਗਾ, ਵੀ ਸਾਰੀ ਗੱਲਬਾਤ ਕਰਨੀ ਸੀਗੀ। ਸ਼ਾਇਦ ਉਹਨੇ ਤੁਹਾਡੇ ਨਾਲ ਵੀ ਸ਼ਾਇਦ ਕਦੇ ਡਿਸਕਸ ਕੀਤਾ ਹੋਵੇ ਵੀ ਅਸੀਂ ਕਰਨੀ ਸੀ ਪ੍ਰੈਸ ਕਾਨਫਰੰਸ, ਮੈਨੂੰ ਕਹਿੰਦਾ ਤਾਂ ਸੀਗਾ। ਮੇਰੀ ਗੱਲ ਹੋਈ ਆ ਉਹਦੇ ਡੈਥ ਤੋਂ ਇੱਕ ਦਿਨ ਪਹਿਲਾਂ ਵੀ ਮੇਰੀ ਗੱਲ ਹੋਈ ਆ। ਤੁਸੀਂ ਕਦੋਂ ਆਉਣਾ ਸੀ ਫਿਰ ਪ੍ਰੈਸ ਕਾਨਫਰੰਸ ਵਾਸਤੇ ਇੰਡੀਆ? 5-6 ਜੂਨ ਨੂੰ ਆ ਰਿਹਾ ਸੀਗਾ ਮੈਂ, ਉਹਦਾ 4 ਦਾ ਸ਼ੋਅ ਸੀਗਾ। ਉਹਨੇ ਮੈਨੂੰ ਲੱਗਦਾ 7 ਜਾਂ 8 ਨੂੰ ਦੁਬਈ ਚਲੇ ਜਾਣਾ ਸੀ, ਅਸੀਂ 5-6 ਦੀ ਤਰੀਕ ਦੀ ਰੱਖੀ ਹੋਈ ਸੀਗੀ ਵੀ ਆਫਟਰ ਸ਼ੋਅ ਕਰਕੇ ਵੀ ਉਹਨੇ ਫਿਰ ਉਹਦਾ ਕੋਈ ਟੂਟਰ ਵਗੈਰਾ ਸੀਗਾ। ਇੰਨਾ ਚਿਰ ਬੋਲੇ ਕਿਉਂ ਨਹੀਂ? ਸਿੱਧੂ ਦੀ ਡੈਥ ਤੁਸੀਂ ਕਹਿ ਰਹੇ ਹੋ ਕਿ ਮਾਰਚ ਦੀ ਇਹ ਘਟਨਾ ਹੈ, ਮਾਰਚ ਦੇ ਵਿੱਚ ਆ ਕੇ 23-24 ਮਾਰਚ ਨੂੰ ਸਾਰੀ ਗੱਲ ਸਾਹਮਣੇ ਆਉਂਦੀ ਹੈ, ਤੁਹਾਡਾ ਨਾਂ ਆ ਜਾਂਦਾ ਹੈ, ਉਸ ਤੋਂ ਬਾਅਦ ਅਪ੍ਰੈਲ ਦਾ ਪੂਰਾ ਮਹੀਨਾ ਲੰਘ ਗਿਆ। 10 ਅਪ੍ਰੈਲ ਤੋਂ ਆਇਆ ਮੇਰਾ ਨਾਮ, ਮੈਨੂੰ ਨਾਮਜ਼ਦ ਕੀਤਾ 10 ਅਪ੍ਰੈਲ ਨੂੰ। ਉਹ ਵੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿੱਥੇ ਤੱਕ ਜਿਵੇਂ ਆਪਾਂ ਹਾਸੇ ਚੌੜ ਚ ਕਹਿ ਨਹੀਂ ਦਿੰਦੇ ਹੁੰਦੇ ਇੱਕ ਦੂਸਰੇ ਨੂੰ ਇੰਟਰੋਡਿਊਸ ਕਰਾਉਂਦੇ ਹੁੰਦੇ ਆ, ਤੇ ਕਿਸੇ ਮੇਰੇ ਨਾਲ ਦੇ ਮੁੰਡੇ ਨੇ ਚੌੜ ਚ ਕਹਿਤਾ ਹੋਣਾ ਵੀ ਆ ਦੇ ਆ ਸਿੱਧੂ ਭਾ ਦਾ ਖਾਸ, ਸਿੱਧੂ ਭਾ ਦਾ ਮੈਨੇਜਰ, ਆਪਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਸਿੱਧੂ। ਉਹ ਉਹਨਾਂ ਦੇ ਦਿਮਾਗ ਚ ਗੱਲ ਕਰ ਗਈ, ਉਹਨਾਂ ਨੂੰ ਹੋਰ ਕੁਛ ਤਾਂ ਯਾਦ ਨਹੀਂ ਆਇਆ ਹੋਣਾ। ਜਦ ਉੱਥੇ ਅੰਦਰ ਇੰਟੈਰੋਗੇਟ ਹੁੰਦੇ ਹੋਣੇ ਨੇ, ਉਹਨਾਂ ਨੇ ਇਹ ਗੱਲ ਉੱਥੇ ਕਹਿਤੀ ਹੋਣੀ ਆ ਵੀ ਸਿੱਧੂ ਦਾ ਉਹ, ਉਹੀ ਗੱਲ ਬਾਹਰ ਨਿਕਲੇ। ਜਿਹੜੇ ਸ਼ੂਟਰ ਸੀਗੇ ਉਹਨਾਂ ਨੇ ਬਕਾਇਦਾ ਨਾਂ ਲਿਆ ਤੁਹਾਡਾ, ਦਿੱਲੀ ਪੁਲਿਸ ਇਸ ਗੱਲ ਦਾ ਜ਼ਿਕਰ ਕਰਦੀ ਹੈ ਸ਼ਗਨਪ੍ਰੀਤ? ਨਹੀਂ ਬਾਈ, ਉਹਨਾਂ ਨੇ ਸਿੱਧੂ ਦਾ ਮੈਨੇਜਰ ਲਿਆ ਨਾਮ ਤਾਂ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ। 10 ਅਪ੍ਰੈਲ ਨੂੰ ਤਾਂ ਮੈਂ ਨਾਮਜ਼ਦ ਹੋਇਆ ਹੀ ਜਾ ਕੇ। ਬਕਾਇਦਾ ਤੌਰ ਤੇ ਦਿੱਲੀ ਪੁਲਿਸ ਦੇ ਜਿਹੜੇ STF ਚੀਫ ਨੇ ਉਹ ਤੁਹਾਡਾ ਨਾਮ ਲੈਂਦੇ ਕਿ ਸ਼ਗਨਪ੍ਰੀਤ ਦੀ ਆਹ ਇਨਵੋਲਵਮੈਂਟ ਹੈ, ਪੂਰੇ ਮੀਡੀਆ 'ਚੋਂ ਇੰਟਰਵਿਊਜ਼ ਦਿੱਤੀਆਂ, ਹੁਣ ਤਾਂ ਜਨਤਕ ਹੈ, ਤੁਸੀਂ ਵੀ ਦੇਖ ਲਈ ਹੋਣੀ ਹੈ। ਮੈਂ ਮੰਨ ਗਿਆ, ਫਿਰ ਉਹਨਾਂ ਨੇ ਮੈਨੂੰ ਫੜਿਆਗਾ ਤੇ ਨਹੀਂ ਆ ਕੇ, ਜੇ ਉਹਨਾਂ ਨੂੰ ਨਾਮ ਸੀ ਪਤਾ, ਜੇ ਨਾਮ ਪਤਾ ਸੀ, ਸਾਰਾ ਕੁਝ ਪਤਾ ਸੀਗਾ। ਤੁਸੀਂ ਤਾਂ ਆਸਟ੍ਰੇਲੀਆ ਚਲੇ ਗਏ ਨਾ? ਮੈਂ 2 ਤਰੀਕ ਤੋਂ ਲੈ ਕੇ 6 ਤਰੀਕ ਤੱਕ ਤਾਂ ਇੰਡੀਆ ਹੀ ਸੀ, 4 ਦਿਨ ਸੀਗੇ ਜੀ। ਤੁਸੀਂ ਉਹਨੇ ਦਿਨ ਬੋਲੇ ਕਿਉਂ ਨਹੀਂ? ਬੜਾ ਵੱਡਾ ਸਵਾਲ ਹੈ। ਤੁਸੀਂ ਅਪ੍ਰੈਲ ਤੋਂ ਲੈ ਕੇ ਤੇ ਸਿੱਧੂ ਦੀ ਮੌਤ ਤੱਕ 29, ਹੁਣ ਵੀ ਖੈਰ ਮੌਤ ਤੋਂ ਬਾਅਦ ਵੀ ਹੁਣ ਬੋਲ ਰਹੇ ਹੋ ਤੁਸੀਂ, ਇੰਨਾ ਚਿਰ ਸ਼ਗਨਪ੍ਰੀਤ ਚੁੱਪ ਕਿਉਂ ਰਹੇ? ਮੈਂ ਤੁਹਾਨੂੰ ਦੱਸਦਾ ਰਿਹਾ ਜੀ, ਮੈਂ ਜਾਣ ਕੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਤੋਂ ਬਾਅਦ ਇਹ ਹੋ ਗਿਆ ਸੀ, ਤੇ ਉਸ ਤੋਂ ਬਾਅਦ ਮੈਂ ਤਾਂ ਹੁਣ ਵੀ ਇੰਡੀਆ ਆਉਣਾ ਚਾਹੁੰਦਾ। ਮੈਂ ਆਪਣੀ ਪਟੀਸ਼ਨ ਪਾਈ ਸੀਗੀ, ਮੈਨੂੰ ਇਹ ਸੀਗਾ ਮੈਂ ਆਪਣੇ ਸਾਰੀਆਂ ਗੱਲਾਂ ਦੇ ਜਵਾਬ ਇੰਡੀਆ ਆ ਕੇ ਦੇਵਾਂ। ਮੈਂ ਕਿਹੜਾ ਕੋਈ ਕ੍ਰਿਮੀਨਲ ਆ ਵੀ ਮੈਂ ਇੱਥੇ ਆਪਦਾ ਅਸਾਈਲਮ ਲੈ ਕੇ ਬੈਠ ਜਾਵਾਂ। ਲੋਕ ਤਾਂ ਜਿਹੜੇ ਕ੍ਰਿਮੀਨਲ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਅਸੀਂ ਬਾਹਰ ਨੂੰ ਆ ਜਾਈਏ, ਵੀ ਇੱਥੇ ਬੈਠੇ ਰਹੀਏ। ਮੇਰਾ ਇੱਥੇ ਅਸਾਈਲਮ ਦਾ ਕੇਸ ਹੈ, ਬਹੁਤ ਬੜਾ ਵਧੀਆ ਲੱਗ ਸਕਦਾ। ਮੈਂ ਫਿਰ ਵੀ ਇੰਡੀਆ ਆਉਣਾ ਚਾਹੁੰਦਾ। ਮੈਨੂੰ ਵੀ ਪਤਾ ਵੀ ਇੰਡੀਆ ਆ ਕੇ ਵੀ ਮੇਰੀ ਜਾਨ ਨੂੰ ਵੀ ਖਤਰਾ, ਸਾਰਾ ਕੁਛ ਆ, ਮੈਂ ਫਿਰ ਵੀ ਇੰਡੀਆ ਆ ਕੇ ਆਪਦਾ ਪੱਖ ਰੱਖਣਾ ਚਾਹੁੰਦਾ। ਕਿਹਦੇ ਤੋਂ ਖਤਰਾ ਤੁਹਾਨੂੰ? ਇਹ ਮੇਰੇ ਮਨ ਚ ਚੋਰ ਹੋਵੇ, ਮੈਂ ਤਾਂ ਇੱਥੇ ਚੁੱਪ ਚਬੀਤਾ ਆਪਦਾ ਬੈਠ ਜਾਵਾਂ ਕਿ ਹੋਰ ਕੀ ਚਾਹੀਦਾ ਮੈਨੂੰ, ਮੈਂ ਬਾਹਰ ਆਇਆ ਹੋਇਆ, ਹੋਰ ਮੈਂ ਹੋਰ ਕੀ ਰੱਬ ਤੋਂ ਭਾਲਦਾ। ਖਤਰਾ ਕਿਹਦੇ ਤੋਂ ਹੈ ਤੁਹਾਨੂੰ? ਮੈਨੂੰ ਹੁਣ 2 ਗਰੁੱਪਾਂ ਤੋਂ ਖਤਰਾ ਜੀ। ਬੰਬੀਹਾ ਗਰੁੱਪ ਤੋਂ ਤੁਹਾਨੂੰ ਕੀ ਹੈ? ਚਲੋ ਗੋਲਡੀ ਬਰਾੜ ਜਾਂ ਲਾਰੈਂਸ ਗਰੁੱਪ ਦਾ ਤਾਂ ਮੰਨਿਆ ਕਿ ਉਹ ਸਮਝਦੇ ਆ ਕਿ ਤੁਸੀਂ ਵਿੱਕੀ ਦੇ ਮਰਡਰ 'ਚ ਸ਼ਾਮਲ ਹੋ, ਤੁਸੀਂ ਰੈਕੀ ਕਰਵਾਈ, ਪਰ ਤੁਹਾਨੂੰ ਬੰਬੀਹਾ ਗਰੁੱਪ ਤੋਂ ਕੀ ਖਤਰਾ ਹੈ? ਉਹ ਕਹਿੰਦੇ ਵੀ ਤੂੰ ਵਜ੍ਹਾ ਬਣਿਆ ਹੋਏਗਾ ਸਿੱਧੂ ਦੀ, ਵੀ ਤੂੰ ਬੋਲਦਾ ਕਿਉਂ ਨਹੀਂ, ਇਹ ਉਹ ਫਲਾਣਾ ਢਮਕਾਣਾ, ਆਪਣਾ ਸਪਸ਼ਟੀਕਰਨ ਦੇ। ਕਿਤੇ ਨਾ ਕਿਤੇ ਮਨ 'ਚ ਤਾਂ ਖਾਰ ਆਈ ਜਾਂਦੀ ਆ। ਤੁਹਾਨੂੰ ਲੱਗਦਾ ਤੁਸੀਂ ਬੋਲ ਪੈਂਦੇ ਤਾਂ ਸ਼ਾਇਦ ਸਿੱਧੂ ਦਾ ਇਸ ਤਰ੍ਹਾਂ ਜੋ ਹੋਇਆ ਨਹੀਂ ਹੁੰਦਾ? ਨਹੀਂ ਬਾਈ, ਉਹਦਾ ਕਦੋਂ ਦੇ ਤਾਂ ਪਿੱਛੇ ਪਏ ਹੋਏ ਸੀਗੇ। ਆਪਣਾ ਉਹ ਦੇਖ ਲਓ ਤੁਸੀਂ, ਓਕ ਵਾਲਿਆਂ ਨੇ ਕਦੋਂ ਦੀ ਸਿਕਿਉਰਿਟੀ ਦਿੱਤੀ ਸੀ, ਉਦੋਂ ਦੇ ਤਾਂ ਪਿੱਛੇ ਸੀਗੇ, 1.5 ਸਾਲ ਦੇ। ਪਰ ਉਹ ਤਾਂ ਕਹਿੰਦੇ ਕਿ ਅਸੀਂ ਵਿੱਕੀ ਮਿੱਡੂ ਖੇੜੇ ਦੀ ਮੌਤ ਦਾ ਬਦਲਾ ਲਿਆ। ਚਲੋ ਹੁਣ ਉਹਨਾਂ ਦੀ ਉਹ ਨਾ, ਹੁਣ ਕੀ ਕਹਿ ਸਕਦੇ ਆ। ਨਹੀਂ, ਪਰ ਤੁਸੀਂ ਇਹ ਸਵਾਲ ਤਾਂ ਹੈ ਸ਼ਗਨ, ਤੁਸੀਂ ਕਹਿ ਰਹੇ ਹੋ ਕਿ ਉਹ ਵਿੱਕੀ ਦੇ ਮਰਡਰ ਤੋਂ ਪਹਿਲਾਂ ਵੀ ਮਾਰਨਾ ਚਾਹੁੰਦੇ ਸੀ ਸਿੱਧੂ ਨੂੰ, ਤੇ ਗੋਲਡੀ ਬਰਾੜ ਹੋਰੇ ਕਹਿ ਰਹੇ ਕਿ ਅਸੀਂ ਵਿੱਕੀ ਦੀ ਮੌਤ ਦਾ ਬਦਲਾ ਲਿਆ। ਹਾਂਜੀ, ਨਹੀਂ ਉਹ ਇਹਦੇ ਵਿੱਚ ਅਸੀਂ ਤਾਂ ਆਪਣੀ ਤਾਂ ਸਫਾਈ ਦੇ ਹੀ ਰਹੇ ਸੀ ਨਾ, ਸਾਰਾ ਕੁਝ ਕਹਿ ਹੀ ਰਹੇ ਸੀ। ਉਹ ਚਲੋ ਹੁਣ ਉਹ ਅਚਨਚੇਤ ਹੋ ਗਿਆ, ਡੈਥ ਹੋ ਗਈ ਉਹਦੀ, ਅਸੀਂ ਤਾਂ ਸਫਾਈ ਮੈਂ ਤਾਂ ਦੇ ਹੀ ਰਿਹਾ ਸੀ ਆਪਣੀ। ਤੁਸੀਂ ਕਹਿ ਕਿ ਤੁਸੀਂ ਗਲਤੀ ਨਾਲ ਉਸ ਥਾਂ ਤੇ ਪਹੁੰਚ ਗਏ ਸੀਗੇ ਜਿੱਥੇ ਉਹ ਸ਼ੂਟਰ ਸੀਗੇ, ਤੁਸੀਂ ਕਿਸੇ ਨੂੰ ਜਾਣਦੇ ਸੀ ਉਹਨਾਂ ਚੋਂ?
ਨਹੀਂ ਨਹੀਂ ਬਾਈ, ਮੇਰਾ ਕਦੇ ਦੇਖੇ ਤੱਕ ਨਹੀਂ ਸੀ, ਨਾ ਕੋਈ ਜਾਣ ਨਾ ਪਛਾਣ। ਮੈਂ ਤਾਂ ਉਹਨਾਂ ਕੋਈ ਐਵੀਡੈਂਸ ਵੀ ਦੇਖ ਲਓ, ਕੋਈ ਮੇਰੀ ਉਹਨਾਂ ਨਾਲ ਫੋਟੋ ਜਾਂ ਹੋਰ ਕੁਛ, ਕਦੇ ਕਾਲ ਏਦਾਂ ਹੋਈ ਹੋਵੇ, ਕੁਛ ਵੀ ਨਹੀਂਗਾ। ਮੈਂ ਤਾਂ ਉਹਨਾਂ ਨੂੰ, ਚਲੋ ਜੇ ਮੇਰੇ ਜਾਣਕਾਰ ਹੁੰਦੇ ਕਦੇ ਤਾਂ ਫੋਨ ਕਰਦੇ, ਕੁਛ ਤਾਂ ਨਿਕਲਦਾ। ਕਦੇ ਵੀ ਨਹੀਂ ਕੁਛ ਨਿਕਲਿਆ। ਇਹ ਵੀ ਕਿਹਾ ਗਿਆ ਕਿ ਤੁਸੀਂ ਰੋਟੀ ਦੇ ਕੇ ਆਏ ਉਹਨਾਂ ਨੂੰ? ਨਹੀਂ ਬਾਈ, ਮੈਂ ਤੁਹਾਨੂੰ ਦੱਸਿਆ ਤਾਂ ਹੈਗਾ, ਮੈਂ ਇੱਕ ਗਲਤ ਜਗ੍ਹਾ ਪਹੁੰਚ ਗਿਆ ਸੀ, ਗਲਤ ਟਾਈਮ ਸੀ, ਬਸ ਹੋਰ ਕੁਛ ਨਹੀਂ ਸੀ ਇਸ ਤੋਂ ਵੱਧ। ਕਿਸੇ ਨਾਲ ਕੋਈ ਸੰਬੰਧ ਤੁਸੀਂ ਮੁੱਕਰ ਰਹੇ ਹੋ, ਤੁਸੀਂ ਇਨਕਾਰ ਕਰ ਰਹੇ ਹੋ ਕਿ ਕੋਈ ਇਸ ਦੇ ਵਿੱਚ ਸੰਬੰਧ ਨਹੀਂ? ਨਾ ਕਾਰਾਂ ਬਦਲੀਆਂ, ਨਾ ਤੁਸੀਂ ਆਪਦੀ ਫੋਰਚੂਨਰ ਦੋਸਤ ਘਰੇ ਦੇ ਕੇ ਆਏ, ਨਾ ਅੰਬਾਲੇ ਗਏ? ਬਾਈ ਬਿਲਕੁਲ ਵੀ ਨਹੀਂ ਗਿਆ ਮੈਂ ਅੰਬਾਲੇ, ਕੀ ਕਰਨ ਜਾਣਾ? 1% ਵੀ ਨਹੀਂ ਮੈਂ ਅੰਬਾਲੇ ਗਿਆ। ਇਹ ਤਾਂ ਪਟੀਸ਼ਨ ਦੇ ਵਿੱਚ ਤੁਸੀਂ ਜਿਹੜੀ SIT ਨੇ ਦਿੱਤਾ ਵੀ ਨਾ ਰਿਟਨ, ਉਹਦੇ ਵਿੱਚ ਕਦੇ ਮੈਨੂੰ ਇੱਕ ਲਾਈਨ ਦਿਖਾ ਦਿਓ ਵੀ ਇਹ ਲਿਖੀ ਹੋਈ ਮੈਂ ਅੰਬਾਲੇ ਗਿਆ। ਮੈਂ ਤੁਹਾਨੂੰ ਭੇਜ ਦੂੰਗਾ ਪਟੀਸ਼ਨ, ਤੁਸੀਂ ਪੜ੍ਹ ਲਿਓ, ਖੁਦ ਪੜ੍ਹ ਲਿਓ। ਮੈਂ ਤਾਂ ਇਹ ਹੈਰਾਨ ਆ ਵੀ ਤੁਸੀਂ ਬਿਨਾਂ ਪੜ੍ਹੇ ਲਿਖੇ ਵੀ ਅੰਬਾਲੇ ਵਾਲੀ ਗੱਲ ਆ ਕਿੱਥੋਂ ਗਈ? ਇਹ ਤਾਂ SIT ਨੇ ਵੀ ਨਹੀਂ ਦਿੱਤੀ ਇਹਦੇ ਵਿੱਚ ਵੀ ਮੈਂ ਅੰਬਾਲੇ ਗਿਆ, ਇਹ ਤਾਂ ਕੁਝ ਲਿਖਿਆ ਹੀ ਨਹੀਂ। ਕੋਰਟ ਨੇ ਤੁਹਾਡੀ ਬੇਲ ਰਿਜੈਕਟ ਕੀਤੀ ਹੈ ਇਹ ਕਹਿ ਕੇ ਕਿ ਤੁਸੀਂ ਇੱਕ ਅਹਿਮ ਕੜੀ ਹੋ ਇਸ ਵਿੱਕੀ ਮਿੱਡੂ ਖੇੜਾ ਕੇਸ ਦੇ ਵਿੱਚ। ਮੈਂ ਉਹੀ ਤਾਂ ਚਾਹੁੰਦਾ, ਮੈਂ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਇੰਡੀਆ ਆ ਕੇ, ਮੈਂ ਤਾਂ ਹੀ ਪਟੀਸ਼ਨ ਪਾਈ ਸੀ। ਜੇ ਮੈਂ ਭੱਜਣਾ ਹੀ ਹੁੰਦਾ, ਮੈਂ ਇੱਥੇ ਆਪਣਾ ਸਾਇਲੈਂਟ ਹੋ ਕੇ ਰਹਿ ਪੈਂਦਾ। ਘਰ ਪਰਿਵਾਰ ਮੇਰਾ ਇੱਥੇ ਆ, ਮੇਰਾ ਸਾਰਾ ਕੁਝ ਇੱਥੇ ਆ, ਮੈਂ ਰਹਿਣ ਨੂੰ ਇੱਥੇ ਵੀ ਰਹਿ ਸਕਦਾ। ਮੈਂ ਫੇਰ ਵੀ ਆਉਣਾ ਚਾਹੁੰਦਾ ਇੰਡੀਆ। ਤੁਸੀਂ ਬਹੁਤ ਸਾਰੀਆਂ ਹੋਰ ਗੱਲਾਂ ਨੇ, ਕੋਈ ਸਵਾਲ ਨੇ। ਕੁਲਵੀਰ ਨਰੂਆਣੇ ਦਾ ਵੀ ਜ਼ਿਕਰ ਹੁੰਦਾ ਹੈ। ਗੋਲਡੀ ਬਰਾੜ ਕਹਿੰਦੇ ਆ ਕਿ ਸਿੱਧੂ ਇਨਵੋਲਵਡ ਸੀਗਾ ਔਰ ਉਹਦੇ ਲਾਈਵ ਹੋਣ ਤੋਂ ਅਗਲੇ ਦਿਨ ਉਹਦੀ ਮੌਤ ਹੋ ਜਾਂਦੀ ਹੈ। ਸਿੱਧੂ ਬਾਰੇ ਬੋਲਦਾ ਹੈ। ਕੁਲਵੀਰ ਨਰੂਆਣੇ ਦੇ ਨਾਲ ਕੀ ਰੌਲਾ ਸੀ ਸਿੱਧੂ ਦਾ? ਨਹੀਂ ਬਾਈ, ਇਹ ਚੀਜ਼ ਬਾਰੇ ਮੈਨੂੰ ਕੁਝ ਨਹੀਂ ਪਤਾ, ਆਪਾਂ ਐਵੇਂ ਕਹਿ ਦਈਏ। ਮੈਂ ਤਾਂ ਕੁਲਵੀਰ ਨੂੰ ਐਵੇਂ ਕਹਾ ਨਾ ਜਾਣਦਾ ਸੀ, ਨਾ ਕਦੇ ਸਿੱਧੂ ਨੇ ਜ਼ਿਕਰ ਕੀਤਾ ਸੀਗਾ ਕੁਲਵੀਰ ਦੇ ਨਾਮ ਦਾ ਕੋਈ ਸ਼ਖਸ ਦਾ ਜਾਂ ਏਦਾਂ ਦਾ ਕੁਛ। ਇਹ ਚੀਜ਼ ਬਾਰੇ ਮੈਨੂੰ ਮੈਂ ਐਵੇਂ ਆਪਣੇ ਕੋਲ ਬੋਲੀ ਜਾਵਾਂ, ਉਹ ਗੱਲ ਦਾ ਵੀ ਕੋਈ ਫਾਇਦਾ ਨਹੀਂ। ਕਦੇ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ। ਕੁਛ ਬੰਦੇ ਸਿੱਧੂ ਨੂੰ ਜੈਕਟਾਂ ਦੇ ਕੇ ਜਾਂਦੇ ਸੀਗੇ ਔਰ ਉਹਨਾਂ ਨੇ ਅਲਰਟ ਵੀ ਕੀਤਾ ਸੀ, ਇਹੋ ਜਿਹੀ ਕੋਈ ਗੱਲ ਹੋਈ ਸੀ? ਭੰਗ ਚਿੜੀ ਦੇ ਸੀਗੇ? ਹਾਂਜੀ, ਉਹ ਮੁਕਤਸਰ ਵੱਲ ਦੇ ਸੀਗੇ। ਉਹੀ ਜਾਣ ਕੀ ਗੱਲਾਂ ਬਾਤਾਂ ਦੱਸਦੇ ਹੁੰਦੇ ਸੀਗੇ। ਕੀ ਦੱਸਦੇ ਸੀ? ਵੀ ਆਏ ਆ ਫਲਾਣਾ ਢਮਕਾਣਾ, ਤੇ ਜੈਕਟਾਂ ਜੂਕਟਾਂ ਵੀ ਉਹ ਗਿਫਟ ਕਰਕੇ ਜਾਂਦੇ ਹੁੰਦੇ ਸੀਗੇ, ਤੇ ਸਾਰੀਆਂ ਗੱਲਾਂ ਬਾਤਾਂ ਵੀ ਕਰਕੇ ਜਾਂਦੇ ਹੁੰਦੇ ਸੀਗੇ। ਉਹ ਗੱਲਾਂ ਬਾਤਾਂ ਐਵੇਂ ਕਹਿ ਦਈਏ ਬਈ ਸਿੱਧੂ ਨੇ ਕਦੇ ਨਾ ਸ਼ੇਅਰ ਕੀਤੀਆਂ ਨੇ ਮੇਰੇ ਨਾਲ। ਹਾਂਜੀ, ਇਹ ਆ ਵੀ ਉਹ ਜੈਕਟਾਂ ਜ਼ਰੂਰ ਦੇ ਕੇ ਜਾਂਦੇ ਹੁੰਦੇ ਸੀ। ਇਹਨੂੰ ਇਹ ਦੱਸਦੇ, ਅਸਲੇ ਉਸਲੇ ਬਾਰੇ ਨੌਲੇਜ ਦੇ ਜਾਂਦੇ ਸੀ ਵੀ ਆਏ ਅਸਲਾ ਆ ਗਿਆ, ਫਲਾਣਾ ਆ ਗਿਆ, ਢਮਕਾਣਾ ਆ ਗਿਆ, ਇਹ ਚੀਜ਼ਾਂ। ਮਨਕੀਰਤ ਔਲਖ ਦਾ ਕੋਈ ਰੋਲ ਹੈ ਸਿੱਧੂ ਦੇ ਮਰਡਰ ਦੇ ਵਿੱਚ? ਬਈ ਇਹ ਚੀਜ਼ ਬਾਰੇ ਮੈਨੂੰ ਨਹੀਂ ਪਤਾ, ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾਂ ਇਨਵੈਸਟੀਗੇਸ਼ਨ ਟੀਮ ਨੂੰ ਪਤਾ ਹੋਊਗਾ। ਇਹ ਚੀਜ਼ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਕਿਹਦਾ ਰੋਲ ਆ ਕਿਹਦਾ ਨਹੀਂ ਆ। ਇਹਨਾਂ ਦਾ ਆਪਸ 'ਚ ਸੰਬੰਧ ਕੈਸਾ ਸੀ? ਸਿੱਧੂ ਤੇ ਮਨਕੀਰਤ ਦੀ ਆਪਸ 'ਚ ਸੰਬੰਧ ਕਿਵੇਂ ਸੀ? ਪਹਿਲਾਂ ਵਧੀਆ ਸੀਗਾ, ਸਾਲ ਡੇਢ ਸਾਲ ਤੋਂ ਨਾ ਕਦੇ ਫੋਨ ਨਾ ਕਦੇ ਕੁਛ ਨਹੀਂ ਸੀ। ਉਹ ਕਿਉਂ? ਕੋਈ ਕਾਰਨ ਤਾਂ ਬਣਿਆ ਹੋਣਾ ਇਸ ਗੱਲ ਦਾ? ਇਹ ਮੈਨੂੰ ਲੱਗਦਾ ਸ਼ਾਇਦ ਜੋਤੀ ਉਹਨਾਂ ਕਰਕੇ ਸੀਗਾ। ਕਿਸੇ ਨਾਲ ਕੋਈ ਜੋਤੀ ਮੁੰਡਾ ਸੀਗਾ ਵੀ ਇਹ ਸਿੱਧੂ ਉਹਦੇ ਨਾਲ ਸਾਈਨ ਸੀਗਾ ਪਹਿਲਾਂ, ਤੇ ਉਹਦਾ ਵਰਤ ਵਰਤਾਵਾ ਸੀਗਾ ਮਨਕੀਰਤ ਨਾਲ, ਤੇ ਉਹੀ ਚੱਕਰ ਦੇ ਵਿੱਚ ਇਹਦੀ ਬੋਲਚਾਲ ਹੈ ਨਹੀਂ ਸੀਗੀ ਏਡੀ। ਤੁਸੀਂ ਮਿਲੇ ਹੋ ਕਦੇ ਜਾਂ ਜਾਣਦੇ ਹੋ ਉਹਨਾਂ ਨੂੰ, ਜੋਤੀ ਨੂੰ? ਜਾਂ ਉਹਦਾ ਇੱਕ ਹੋਰ ਦੋਸਤ ਦਾ ਨਾਮ ਆਉਂਦਾ ਕਮਰ ਦਾ? ਨਾ ਬਈ, ਮੈਂ ਤਾਂ ਇਹਦਾ ਸਾਲ ਡੇਢ ਕੁ ਸਾਲ ਤੋਂ ਦੋਸਤ ਸੀਗਾ, ਮੈਂ ਜ਼ਿਆਦਾ ਪੁਰਾਣਾ ਨਹੀਂ ਸੀਗਾ। ਕਦੇ ਇਸ ਪੂਰੇ ਸਾਲ ਡੇਢ ਸਾਲ ਦੇ ਦੌਰਾਨ ਹੋਰ ਕੋਈ ਘਟਨਾ ਵਾਪਰੀ ਹੋਵੇ ਜਦੋਂ ਕੋਈ ਮਾਰਨ ਵਾਸਤੇ ਆਇਆ ਹੋਵੇ ਜਾਂ ਪਤਾ ਲੱਗਿਆ ਹੋਵੇ? ਅਟੈਕ ਤਾਂ ਇਹਦੇ ਤੇ ਕਾਫੀ, ਇਹਦੇ ਫਾਦਰ ਸਾਹਿਬ ਹੀ ਦੱਸਦੇ ਹੁੰਦੇ ਸੀਗੇ। ਇੱਕ ਇਹਨਾਂ ਦੇ ਫਾਦਰ ਸਾਹਿਬ ਨੂੰ ਦੇਖ ਕੇ ਮੁੜਿਆ ਸੀਗਾ ਬਠਿੰਡੇ ਵੱਲ ਦੇ, ਕੋਈ ਸ਼ੂਟਰ ਸ਼ਾਟਰ ਆਏ ਸੀਗੇ, ਉਹ ਸੀਗੀ ਗੱਲ, ਬਸ ਇਹੀ ਸੀਗਾ, ਹੋਰ ਤਾਂ ਕੁਛ ਨਹੀਂ ਸੀ। ਅਟੈਕ ਤਾਂ ਇਹਦੇ ਤੇ ਜਾਣ ਕੇ ਸੀਗੇ ਵੀ, ਇਹਨੂੰ ਥ੍ਰੈਟ ਤਾਂ ਸੀਗਾ। ਇਹ ਕਾਫੀ 1.5-2 ਸਾਲ ਤੋਂ ਚੱਲ ਰਿਹਾ ਸੀਗਾ ਇਹੀ ਕੁਛ। ਇਹ ਵੈਸੇ ਹੀ ਥੋੜੀ ਬੁਲਟ ਪ੍ਰੂਫ ਕਾਰਾਂ ਕਰਵਾਈਆਂ ਸੀ, ਇਹ ਕਿਸੇ ਵਜ੍ਹਾ ਕਰਕੇ ਹੀ ਸੀਗੀਆਂ। ਮੌਤ ਬਾਰੇ ਗਾਣੇ ਕਿਉਂ ਲਿਖਣ ਲੱਗ ਗਿਆ ਸੀ ਸਿੱਧੂ? ਆਖਰੀ ਗਾਣਾ ਵੀ ਜਿਹੜਾ ਲਾਸਟ ਰਾਈਡ ਵੀ ਲਿਖਿਆ, ਕਦੇ ਇਹ ਗੱਲ ਨਹੀਂ ਹੋਈ ਕਿ ਇਸ ਤਰ੍ਹਾਂ ਦੇ ਗੀਤ ਕਿਉਂ ਲਿਖ ਰਿਹਾ? ਇਹ ਹੁਣ ਤਾਂ ਨਹੀਂ, ਕਾਫੀ ਪੁਰਾਣਾ ਲਿਖਿਆ ਹੋਇਆ ਸੀ ਇਹਨੇ, ਰਿਕਾਰਡ ਜਾਣ ਕੇ ਹੁਣ ਕੀਤਾ ਸੀਗਾ। ਕਾਫੀ ਪੁਰਾਣਾ ਲਿਖਿਆ ਹੋਇਆ ਸੀਗਾ ਇਹਨੇ ਗਾਣੇ ਤਾਂ, ਇਹ ਪਹਿਲਾਂ ਵੀ ਲਿਖਦਾ ਹੀ ਰਹਿੰਦਾ ਸੀਗਾ ਏਦਾਂ ਦੇ।
ਤੁਹਾਡੀ ਆਖਰੀ ਗੱਲਬਾਤ ਕਦੋਂ ਹੁੰਦੀ ਹੈ? ਮੇਰੀ ਡੈਥ ਤੋਂ ਇੱਕ ਦਿਨ ਪਹਿਲਾਂ ਹੋਈ ਸੀਗੀ। ਆਮ ਸਧਾਰਨ ਗੱਲਬਾਤ ਸੀ ਜਾਂ ਕੋਈ ਖਾਸ ਜ਼ਿਕਰ ਕੀਤਾ ਕਿਸੇ ਗੱਲ ਦਾ? ਆਹੀ ਸੀਗੀ ਵੀ ਹਾਂ ਬਸ ਮੈਂ ਵੀ ਉਹਨੂੰ ਕਿਹਾ ਵੀ ਆ ਜਾਣਾ, ਵੀ ਆਪਾਂ ਆ ਕੇ ਕਰੀਏ, ਨਵੇੜੀਏ ਸਾਰਾ ਕੁਝ। ਤੇ ਹਾਸਾ ਮਜ਼ਾਕ ਸੀਗਾ ਬਸ, ਹੋਰ ਤਾਂ ਕੁਝ ਨਹੀਂ ਸੀਗਾ। ਵਿੱਕੀ ਮਿੱਡੂ ਖੇੜੇ ਦੇ ਪਰਿਵਾਰ ਨਾਲ ਤੁਸੀਂ ਕਦੇ ਕਲੈਰਿਟੀ ਕਰਨ ਦੀ ਕੋਸ਼ਿਸ਼ ਕੀਤੀ, ਆਪਦਾ ਪੱਖ ਰੱਖਿਆ ਕਿ ਤੁਸੀਂ ਇਨਵੋਲਵਡ ਹੈਗੇ ਹੋ ਤਾਂ ਕਿੰਨੇ ਹੋ, ਨਹੀਂ ਹੈਗੇ ਤਾਂ ਨਹੀਂ ਹੋ? ਉਹਨਾਂ ਨੇ ਆਪ ਹੀ ਸਾਰਾ ਕੁਝ ਕਲੀਅਰ ਕਰਤਾ। ਉਹਨਾਂ ਨੇ ਆਪਦੇ ਵੱਲੋਂ ਹੀ ਮੈਨੂੰ ਇੱਕ ਆਰੋਪੀ ਬਣਾਤਾ, ਆਪ ਹੀ ਸਾਰਾ ਕੁਝ ਇੰਟਰਵਿਊਆਂ 'ਚ ਕਰਤਾ। ਉਹਦੇ ਪਿੱਛੇ ਹੁਣ ਪੱਖ ਰੱਖਣ ਦੀ ਕੀ ਲੋੜ ਸੀਗੀ? ਸਾਰਾ ਕੁਝ ਤਾਂ ਉਹਨਾਂ ਨੇ ਆਪਣੇ ਆਪ ਦੱਸਤਾ ਸੀ ਵੀ ਆਏ ਏਦਾਂ ਹੋਇਆ, ਏਦਾਂ ਹੋਇਆ, ਏਦਾਂ ਹੋਇਆ। ਹੁਣ ਉਹਦੇ ਵਿੱਚ ਪੱਖ ਕੀ ਰੱਖੇ ਬੰਦਾ? ਇੱਕ ਵਾਰੀ ਬਿਨਾਂ ਇੰਟਰਵਿਊ ਤੋਂ ਤਾਂ ਗੱਲ ਤਾਂ ਕਰਦੇ, ਇੱਕ ਵਾਰੀ ਵੀ ਹਾਂ ਏਦਾਂ ਸੀ ਏਦਾਂ ਸੀ। ਮੈਂ 4 ਦਿਨ ਉੱਥੇ ਹੀ ਰਿਹਾ, ਸਾਰਾ ਕੁਝ ਕੀਤਾ। ਉਦੋਂ ਮੇਰੇ ਨਾਲ ਗੱਲ ਕਰ ਲੈਂਦੇ। ਉਹ ਤਾਂ ਸਿੱਧਾ ਡਾਇਰੈਕਟਲੀ ਸਿੱਧਾ ਹੀ ਮੀਡੀਆ 'ਚ ਲੈ ਕੇ ਆਏ। ਲਾਰੈਂਸ ਦੇ ਮੈਸੇਜ ਕਾਲ ਆਉਂਦੇ ਸੀ ਸਿੱਧੂ ਨੂੰ? ਲਾਰੈਂਸ ਤੇ ਨਹੀਂ ਬਈ, ਮੇਰੇ ਸਾਹਮਣੇ ਤਾਂ ਕਦੇ ਕੋਈ ਨਹੀਂ ਆਇਆ। ਜਾਂ ਉਹਦੇ ਨਾਲ ਕਦੇ ਗੱਲ ਹੁੰਦੀ ਸੀ ਜਾਂ ਕਦੇ ਕੋਈ ਮੈਸੇਜ ਤੇ, ਜਿਵੇਂ ਕਿਹਾ ਗਿਆ ਸ਼ਾਇਦ ਗੋਲਡੀ ਕਹਿ ਰਹੇ ਸੀਗੇ ਕਿ ਉਹ ਮੈਸੇਜ ਕਰ ਦਿੰਦਾ ਸੀ? ਨਹੀਂ, ਮੇਰੇ ਹਿਸਾਬ ਨਾਲ ਨਹੀਂ। ਗੁਰਲਾਲ ਬਰਾੜ ਦੀ ਜਾਂ ਗੁਰਲਾਲ ਭਲਵਾਨ ਦੀ ਇਹਨਾਂ ਮਰਡਰਸ ਬਾਰੇ ਤੁਹਾਨੂੰ ਜਾਣਕਾਰੀ ਸੀ ਜਦੋਂ ਸਿੱਧੂ ਦੇ ਨਾਲ ਤੁਸੀਂ ਮਿਲੇ ਹੋ? ਉਦੋਂ ਬਾਈ ਮੈਂ ਏਡਾ ਨਹੀਂ ਸੀਗਾ ਸਿੱਧੂ ਦੇ ਨਾਲ। ਗੁਰਲਾਲ ਨੂੰ ਮੈਂ ਜਾਣਦਾ ਨਹੀਂ ਸੀ ਨਾ, ਜਾਣ ਉਦੋਂ ਇਹ ਤਾਂ ਮੈਨੂੰ ਲੱਗਦਾ ਪੁਰਾਣੀ ਗੱਲ ਆ, ਉਦੋਂ ਨਹੀਂ ਸੀ। ਗੁਰਲਾਲ ਬਰਾੜ ਨੇ ਕੰਪਨੀ ਵੀ ਖੋਲੀ ਸੀ, ਉਹਦਾ ਜ਼ਿਕਰ ਆਉਂਦਾ ਹੈ ਕਿ ਅਫਸਾਨਾ ਖਾਨ ਉੱਥੇ ਹੁੰਦੇ ਆ ਔਰ ਅਫਸਾਨਾ ਖਾਨ ਦੇ ਸਾਹਮਣੇ ਗੱਲ ਹੁੰਦੀ ਹੈ ਸਿੱਧੂ ਦੀ, ਔਰ ਫਿਰ ਉਸ ਤੋਂ ਬਾਅਦ ਅਫਸਾਨਾ ਜਾ ਕੇ ਸਾਰੀ ਗੱਲ ਕਰ ਦਿੰਦੇ ਅੱਗੇ। ਤੁਹਾਡੀ ਨੌਲੇਜ 'ਚ ਸੀ ਇਹ? ਤੁਹਾਨੂੰ ਪਤਾ ਸੀ ਇਸ ਗੱਲ ਦਾ? ਇਹ ਤਾਂ ਬਈ ਪਹਿਲਾਂ ਦੀਆਂ ਗੱਲਾਂ ਨੇ, ਇਹ ਨਹੀਂ, ਮੈਨੂੰ ਨਹੀਂ ਪਤਾ ਇਹ ਚੀਜ਼ਾਂ ਬਾਰੇ। ਮਨਦੀਪ ਦਾ ਜ਼ਿਕਰ ਆਉਂਦਾ ਹੈ, ਮਨਦੀਪ ਢਾਲੀਵਾਲ ਦਾ ਉਹਦੇ 'ਚ। ਹਾਂ, ਮੈਂ ਉਹਨੂੰ ਜ਼ਰੂਰ ਜਾਣਦਾ, ਹਾਈ ਹੈਲੋ ਸੀਗੀ ਮੇਰੀ ਉਹਦੇ ਨਾਲ। ਪਰ ਇਹ ਚੀਜ਼ ਬਾਰੇ ਮੈਨੂੰ, ਉਹ ਪਹਿਲਾਂ ਦੀਆਂ ਗੱਲਾਂ ਨੇ ਇਹ, ਵੀ ਇਹ ਮੈਨੂੰ ਇਹ ਚੀਜ਼ ਬਾਰੇ ਮੈਂ ਵੀ ਕਹਿ ਦਵਾਂ ਵੀ ਹਾਂ ਕੁਛ ਇਹ ਸੀ ਉਹ ਸੀ, ਇਹ ਚੀਜ਼ ਬਾਰੇ ਮੈਨੂੰ ਕੁਛ ਨਹੀਂ ਪਤਾ। ਸਿੱਧੂ ਦੇ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਸੀਗੇ ਸ਼ਗਨਪ੍ਰੀਤ? ਨਹੀਂ ਬਾਈ। ਲੱਕੀ ਪਟਿਆਲ ਨਾਲ ਜਾਂ ਹੋਰਾਂ ਨਾਲ ਦੋਸਤੀ ਸੀਗੀ? ਨਹੀਂ ਸੀ, ਨਹੀਂ ਸੀਗੀ। ਸੁਖਪ੍ਰੀਤ ਬੁੱਢੇ ਨਾਲ? ਨਹੀਂ ਸੀਗੀ ਬਾਈ। ਕਿਸੇ ਨਾਲ ਵੀ ਨਹੀਂ ਸੀ? ਨਹੀਂ ਸੀ। ਦੋਸਤੀ ਹੁੰਦੀ ਕਦੇ ਨਾ ਕਦੇ ਤਾਂ ਮਾੜਾ ਮੋਟਾ ਪਤਾ ਹੀ ਲੱਗ ਜਾਂਦਾ, ਬੰਦਾ ਨਾਲ ਰਹਿੰਦਾ ਹੁੰਦਾ। ਪਰ ਉਹਨੇ ਕਦੇ ਕਿਸੇ ਦਾ ਨਾਮ ਵਗੈਰਾ ਜਾਂ ਕੁਛ ਨਹੀਂ ਲਿਆ, ਮੇਰੇ ਸਾਹਮਣੇ ਨਹੀਂ ਲਿਆ, ਕਦੇ ਵੀ ਨਹੀਂ ਲਿਆ ਉਹਨੇ। ਕੋਈ ਇਹੋ ਜਿਹੀ ਗੱਲ ਹੋਈ ਹੈ, ਕਿਹਾ ਜਾਂਦਾ ਹੈ ਕਿ ਫੋਨ ਆਇਆ ਔਰ ਸਿੱਧੂ ਨੇ ਕਿਹਾ ਮੈਂ ਵੀ ਡੱਬ 'ਚ ਪਾ ਕੇ ਰੱਖਦਾ, ਇਹੋ ਜਿਹੀ ਕੋਈ ਗੱਲ ਹੋਈ ਕਿ ਲਾਰੈਂਸ ਗਰੁੱਪ ਦਾ ਜਾਂ ਲਾਰੈਂਸ 'ਚੋਂ ਕਿਸੇ ਦਾ ਫੋਨ ਆਇਆ? ਨਹੀਂ ਬਾਈ, ਮੇਰੇ ਸਾਹਮਣੇ ਤਾਂ ਕਦੇ ਨਹੀਂ ਆਇਆ। ਆਪਾਂ ਐਵੇਂ ਕਹਿ ਦਈਏ ਕਦੇ ਵੀ ਨਹੀਂ ਆਇਆ ਵੀ ਮੈਂ ਡੱਬ 'ਚ ਪਾ ਕੇ ਰੱਖਦਾ, ਨਾ, ਨਹੀਂ। ਖਤਰਾ ਫਿਰ ਸੀਗਾ ਕੀ ਤੇ ਕਿਹਦੇ ਤੋਂ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲਾਰੈਂਸ ਨਾਲ ਗੱਲ ਵੀ ਨਹੀਂ ਹੁੰਦੀ ਸੀ, ਵਿੱਕੀ ਮਿੱਡੂ ਖੇੜੇ ਕਤਲ 'ਚ ਸ਼ਾਮਲ ਵੀ ਨਹੀਂ ਹੈ, ਲੜਾਈ ਦਾ ਮੁੱਢ ਕੀ ਹੈ ਇਹ ਵੀ ਨਹੀਂ ਸਮਝ ਆ ਰਿਹਾ, ਤਾਂ ਫਿਰ ਗੱਲ ਦੀ ਸ਼ੁਰੂਆਤ ਕੀ ਹੈ, ਕਿੱਥੋਂ ਹੁੰਦੀ ਹੈ ਸ਼ੁਰੂਆਤ? ਮੈਂ ਤਾਂ ਕਹਿ ਰਿਹਾ ਵੀ ਉਹੀ ਬਸ ਜਿਹੜਾ ਮੈਂ ਸੁਣਿਆ ਸੀ ਉਹ ਟੂਰਨਾਮੈਂਟ ਵਾਲਾ ਜ਼ਿਕਰ ਜ਼ਰੂਰ ਸੁਣਿਆ ਸੀਗਾ ਵੀ ਹਾਂ ਵੀ ਉੱਥੋਂ ਜ਼ਰੂਰ ਇਹਨਾਂ ਦੀ ਕੋਈ ਵਧੋ ਘਟੀ ਹੋਈ ਹੋਣੀ ਆ। ਉਹ ਮੈਨੂੰ ਪੂਰੀ ਗੱਲ ਦਾ ਵੀ ਨਹੀਂ ਪਤਾ, ਤੇ ਇਹੀ ਸੀਗਾ। ਹੋਰ ਤਾਂ ਮੈਨੂੰ ਮੈਂ ਐਵੇਂ ਕਹਿ ਦਵਾਂ ਵੀ ਮੇਰੇ ਮੂਹਰੇ ਕਦੇ ਲਾਰੈਂਸ ਦਾ ਫੋਨ ਆਇਆ ਹੋਵੇ ਜਾਂ ਇਹਦਾ ਗੋਲਡੀ ਦਾ ਆਇਆ ਹੋਵੇ ਜਾਂ ਕਿਸੇ ਦਾ ਆਇਆ ਹੋਵੇ, ਕਦੇ ਵੀ ਨਹੀਂ ਆਇਆ। ਮੈਂ ਜੋ ਮੇਰੇ ਸਾਹਮਣੇ, ਜੋ ਮੇਰੀ ਸਾਹਮਣੇ ਦੀ ਗੱਲ ਆ, ਮੈਂ ਤਾਂ ਉਹੀ ਦੱਸਣਾ ਨਾ। ਐਵੇਂ ਮੈਂ ਆਪਦੇ ਕੋਲੋਂ ਲੈ ਕੇ ਕਹਿ ਦਵਾਂ ਵੀ ਹਾਂ ਇਹ ਸੀ ਉਹ ਸੀ, ਉਹ ਗੱਲਾਂ ਦਾ ਕੀ ਫਾਇਦਾ? ਸਿੱਧੂ ਦਾ ਪੈਸਾ ਤੁਸੀਂ ਮੈਨੇਜ ਕਰਦੇ ਰਹੇ ਹੋ? ਹਾਂਜੀ, ਸਿੱਧੂ ਦਾ ਪੈਸਾ ਤੁਸੀਂ ਮੈਨੇਜ ਕਰਦੇ ਰਹੇ ਹੋ? ਪੈਸਾ ਮੈਨੇਜ ਥੋੜੀ ਕਰਦਾ ਰਿਹਾ ਜੀ। ਹੁਣ ਜਿਵੇਂ ਅਸੀਂ ਕਿਸੇ ਸ਼ੋਅ ਤੇ ਚਲੇ ਜਾਂਦੇ ਹੁੰਦੇ ਸੀਗੇ, ਉੱਥੇ ਜਾਂਦੇ ਸੀ, ਹੁਣ ਅਗਲੇ ਨੇ ਜਿੱਥੇ ਸ਼ੋਅ ਹੁੰਦਾ ਸੀ ਪੈਸੇ ਫੜਾਉਣੇ ਹੁੰਦੇ ਸੀ। ਹੁਣ ਉਹ ਸਿੱਧੂ ਨੂੰ ਥੋੜੀ ਫੜੂ, ਉਹ ਸਿੱਧੂ ਪੈਸੇ ਥੋੜੀ ਫੜ ਲੈਂਦਾ ਸੀ। ਉਹ ਮੈਨੂੰ ਕਹਿ ਦਿੰਦਾ ਸੀ ਸ਼ਗਨੇ ਫੜ ਲਾ ਜਾ ਕੇ, ਬਸ। ਹੋਰ ਕੀ ਸੀਗਾ, ਉਹ ਮੈਂ ਚੱਕ ਕੇ ਇਹਦੀ ਕਾਰ 'ਚ ਰੱਖ ਦਿੰਦਾ ਸੀ। ਇੱਕ ਇੰਟਰਵਿਊ 'ਚ ਇਹ ਵੀ ਗੱਲ ਕਹੀ ਕਿ ਮੇਰੇ ਪੈਸੇ ਨਿਕਲ ਵੀ ਜਾਂਦੇ ਸੀ, ਸਿੱਧੂ ਨੇ ਕਿਹਾ। ਹਾਂ, ਉਹ ਪੁਰਾਣੀਆਂ ਗੱਲਾਂ ਨੇ ਜੀ, ਘੱਟੋ ਘੱਟ 2-3 ਸਾਲ ਪੁਰਾਣੀਆਂ। ਉਹ ਹਾਂ, ਇਹਦੇ ਕਾਰ 'ਚੋਂ ਪੈਸੇ ਪੂਸੇ ਚੋਰੀ ਹੋਏ ਨੇ, 2-3 ਵਾਰੀ ਹੋਏ ਨੇ। 6-6, 7-7 ਲੱਖ ਰੁਪਈਆ ਕੱਢ ਕੇ ਲੈ ਜਾਂਦੇ ਸੀ। ਦੋਸਤ ਲਾ ਲਓ, ਆਪਣੇ ਸੰਗੀ ਸਾਥੀ ਲਾ ਲਓ, ਇਹ ਨਹੀਂ ਪਤਾ ਹੁਣ ਕੌਣ ਸੀ ਕੌਣ ਨਹੀਂ। ਹਾਂ, ਮੈਂ ਸੁਣਿਆ ਜਾਣ ਕੇ ਵੀ ਉਹ ਕੱਢ ਕੇ ਲੈ ਜਾਂਦੇ ਹੁੰਦੇ ਸੀ, ਕਿ ਵੀ ਕਈ ਵਾਰੀ ਨਿਕਲੇ ਨੇ ਇਹਦੇ ਪੈਸੇ। ਤੁਹਾਨੂੰ ਅਫਸੋਸ ਹੈ ਵਿੱਕੀ ਮਿੱਡੂ ਖੇੜੇ ਦੇ ਕਤਲ ਦਾ? ਹਾਂ
ਹਾਂਜੀ, ਕਿਉਂ ਨਹੀਂ ਅਫਸੋਸ? ਅਫਸੋਸ ਹੈਗਾ ਹੀ ਮੈਨੂੰ, ਐਜ਼ ਅ ਹਿਊਮਨ ਵੀ ਹੈਗਾ। ਮਾੜੀ ਗੱਲ ਆ, ਬਹੁਤ ਮਾੜਾ ਹੋਇਆ। ਕੀ ਜਿੰਨੀ ਵੀ ਤੁਸੀਂ ਕਹਿ ਰਹੇ ਹੋ, ਤੁਸੀਂ ਇਹ ਐਡਮਿਟ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਗਲਤ ਥਾਂ ਤੇ ਪਹੁੰਚ ਗਏ ਸੀ, ਗਲਤ ਸਮੇਂ ਤੇ ਪਹੁੰਚ ਗਏ ਸੀਗੇ ਉਹ, ਚਾਹੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵੱਲੋਂ ਜਾਣ ਕੇ ਨਹੀਂ ਹੋਇਆ, ਪਰ ਉਹ ਕੀ ਉਹ ਤੁਹਾਡੀ ਭੂਮਿਕਾ ਹੈ ਇਹਦੇ ਵਿੱਚ? ਮੈਂ ਆਪਣੀ ਭੂਮਿਕਾ ਦੱਸਦੀ ਜੀ। ਮੈਂ ਉਸ ਤੋਂ ਬਾਅਦ ਉੱਥੇ ਗਈ ਹੀ ਨਹੀਂ, ਮੁੜ ਕੇ ਮੈਂ ਨਿਕਲਿਆ ਆਪਣਾ ਉੱਥੋਂ। ਹੋਰ ਤਾਂ ਉਸ ਤੋਂ ਵੱਧ ਮੇਰਾ ਕੋਈ ਰੋਲ ਹੀ ਨਹੀਂਗਾ। ਇੰਡੀਆ ਆਉਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਮੈਂ ਪਟੀਸ਼ਨ ਵੀ ਪਾਈ ਸੀਗੀ। ਮੈਂ ਇੰਡੀਆ ਆਉਣਾ ਚਾਹੁੰਦਾ, ਮੈਂ ਆਪਦਾ ਪੱਖ ਰੱਖਣਾ ਚਾਹੁੰਦਾ, ਸਾਰਾ ਕੁਝ ਕਰਨਾ ਚਾਹੁੰਦਾ। ਮੇਰਾ ਕਿਹੜਾ ਵੀ ਕੋਈ ਕ੍ਰਿਮੀਨਲ ਬੈਕਗਰਾਊਂਡ ਆ ਵੀ ਹੋਰ ਕੁਝ ਆ ਵੀ ਮੈਂ ਇੱਥੇ ਆਪਦੀ ਸਾਈਲਮ ਲੈ ਕੇ ਰਹਿ ਪਵਾਂ, ਜਾਂ ਮੈਂ ਇੱਕ ਟੱਬਰ ਵਾਲਾ ਬੰਦਾ, ਮੈਂ ਆਪਦਾ ਇੰਡੀਆ ਆ ਕੇ ਰਹਿਣਾ ਚਾਹੁੰਦਾ। ਸਿੱਧੂ ਦੇ ਮਰਡਰ ਵਾਲੇ ਦਿਨ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ? ਪਹਿਲਾਂ ਤੁਸੀਂ ਕਹਿ ਰਹੇ ਹੋ ਇੱਕ ਦਿਨ ਪਹਿਲਾਂ ਤੁਹਾਡੀ ਗੱਲਬਾਤ ਹੁੰਦੀ ਹੈ, ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਕਿ ਆਹ ਗੱਲ ਹੋਈ ਹੈ? ਨਿਊਜ਼ ਤੋਂ ਪਤਾ ਲੱਗਿਆ ਸੀਗਾ। ਨਿਊਜ਼ 'ਚ ਆ ਰਿਹਾ ਸੀ, ਮੈਂ ਵੀ ਨਿਊਜ਼ 'ਚ ਦੇਖਿਆ ਸੀ। ਕਦੇ ਮਹਿਸੂਸ ਹੁੰਦਾ, ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਪਹਿਲਾਂ ਬੋਲ ਪੈਂਦੇ ਤਾਂ ਇਹ ਨਾ ਹੁੰਦਾ? ਹੁਣ ਵਿੱਚ ਸ਼ਾਇਦ ਆ ਗਿਆ। ਨਹੀਂ, ਸ਼ਾਇਦ ਦਾ ਕੋਈ, ਵੈਸੇ ਜਿਹੜੇ ਹਿਸਾਬ ਦੇ ਨਾਲ ਉਹ ਪਹਿਲਾਂ ਵੀ ਇਹਦੇ ਤੇ ਅਟੈਕ ਹੋਏ ਨੇ, ਜੇ ਮੇਰੇ ਬੋਲਣ ਦੇ ਨਾਲ ਬਚ ਜਾਂਦਾ ਸੀ ਤੂੰ, ਮੈਂ ਤਾਂ ਫਿਰ ਨਾਲ ਦੀ ਨਾਲੇ ਬੋਲ ਪੈਣਾ ਸੀਗਾ। ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੁਹਾਨੂੰ ਇਹ ਗਿਲਟ ਰਹੂਗਾ, ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਦੇ? ਨਹੀਂ, ਮੈਂ ਉਹੀ ਕਹਿ ਰਿਹਾ। ਨਹੀਂ, ਜੇ ਮੇਰੇ ਬੋਲਣ ਦੇ ਨਾਲ ਮੈਂ ਤਾਂ ਉਦੋਂ ਦਾ ਹੀ ਬੋਲੀ ਜਾਂਦਾ, ਰੋਜ਼ ਬੋਲਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਦਾ। ਇਹ ਮੇਰੇ ਬੋਲਣ ਦੇ ਨਾਲ ਮੇਰਾ ਯਾਰ ਬਚ ਸਕਦਾ ਸੀ। ਮੀਡੀਆ ਦੇ ਉੱਤੇ ਕੁਝ ਸੈਕਟ ਨੇ ਤੁਹਾਡੇ ਤੇ ਸਵਾਲ ਕੀਤੇ ਨੇ, ਕੁਝ ਇੱਕ ਰਿਪੋਰਟਸ ਤੁਸੀਂ ਦੇਖੀਆਂ ਹੋਣੀਆਂ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ, ਤੁਹਾਨੂੰ ਲੈ ਕੇ ਖਾਸ ਤੌਰ ਤੇ ਰਿਪੋਰਟਸ ਜਿਹੜੀਆਂ ਬਣੀਆਂ ਨੇ, ਉਹ ਪੂਰੇ ਸਵਾਲ, ਉਹ ਪੂਰਾ ਸੈਂਟਰ ਪੁਆਇੰਟ ਤੁਸੀਂ ਬਣੇ ਹੋ ਇਸ ਪੂਰੇ ਮਰਡਰ ਕੇਸ ਦੇ ਵਿੱਚ, ਚਾਹੇ ਉਹ ਵਿੱਕੀ ਦਾ ਹੋਵੇ, ਚਾਹੇ ਸਿੱਧੂ ਮੂਸੇਵਾਲੇ ਦਾ ਹੋਵੇ, ਔਰ ਉਸ ਤੋਂ ਬਾਅਦ ਚਾਹੇ ਗੋਲਡੀ ਸਾਹਮਣੇ ਆਉਂਦਾ ਉਹ ਵੀ ਤੁਹਾਡਾ ਨਾਂ ਲੈਂਦਾ ਜੀ। ਰੱਖੋ ਆਪਣੀ ਗੱਲ। ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਚੌਥਾ ਬੰਦਾ ਸੋਮਵੀਰ ਨਾਮ ਦਾ ਬੰਦਾ ਹੈਗਾ, ਉਹਦੇ ਵਿੱਚ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੋਇਆ, ਉਹਨੇ ਮੇਨ ਭੂਮਿਕਾ ਨਿਭਾਈ ਆ। ਉਹ ਬੰਦੇ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕਰ ਰਿਹਾ। ਉਹਨੇ ਹੀ ਰੈਕੀ ਕੀਤੀ ਆ, ਉਹਨੇ ਸਾਰਾ ਕੁਛ ਕੀਤਾ, ਉਹੀ ਸ਼ੂਟਰਾਂ ਨੂੰ ਛੱਡ ਕੇ ਆਇਆ। ਉਹ ਬੰਦਾ ਅਨਟ੍ਰੇਸੇਬਲ ਆ ਹੁਣ ਤੱਕ, ਉਹ ਬੰਦਾ ਟ੍ਰੇਸ ਹੀ ਨਹੀਂ ਹੋਇਆ। ਤੁਸੀਂ ਚਾਹੇ ਮੈਂ ਤੁਹਾਨੂੰ FIR ਭੇਜ ਸਕਦਾ, ਸੋਮਵੀਰ ਨਾਮ ਦਾ ਬੰਦਾ, ਟ੍ਰਿਬਿਊਨ 'ਚ ਵੀ ਖਬਰ ਲੱਗੀ ਸੀਗੀ, ਉਹ ਅਨਟ੍ਰੇਸੇਬਲ। ਉਹ ਜਦੋਂ ਵਿੱਕੀ ਦਾ ਮਰਡਰ ਹੋਇਆ, ਉਹ ਵਿੱਕੀ ਦੇ ਨਾਲ ਸੀਗਾ ਮਰਡਰ ਦੇ ਟਾਈਮ ਵੀ, ਉਹੀ ਸ਼ੂਟਰਾਂ ਨੂੰ ਬਾਹਰ ਤੱਕ ਛੱਡ ਕੇ ਆਇਆ, ਸਾਰਾ ਕੁਛ ਉਹਨੇ ਕੀਤਾ। ਉਹ ਹੁਣ ਅਨਟ੍ਰੇਸੇਬਲ ਆ, ਉਹ ਹੁਣ ਕੋਈ ਫੜਿਆ ਨਹੀਂ ਜਾ ਰਿਹਾ। ਹੁਣ ਉਹ ਚੌਥੇ ਤੇ ਤਾਂ ਫੋਕਸ ਹੋ ਨਹੀਂ ਰਿਹਾ, ਉਹ ਮੇਰੇ ਤੇ ਹੋ ਰਿਹਾ ਸਾਰਾ ਫੋਕਸ। ਇੱਕ ਟ੍ਰੈਜਡੀ ਏਡੀ ਹੋ ਗਈ, ਸਾਰਾ ਕੁਛ ਹੋਇਆ, ਉਹਦੇ ਕਰਕੇ ਵੀ ਥੋੜਾ ਉਹ ਹੋ ਰਿਹਾ। ਮੇਰਾ ਤਾਂ ਸਾਰਾ ਕੁਝ ਸ਼ਾਰਟ ਸੀਗਾ। ਮੈਂ ਤਾਂ 5-6 ਜੂਨ ਨੂੰ ਆ ਰਿਹਾ ਸੀਗਾ ਵਾਪਸ, ਆਪਦਾ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ। ਜਿੰਨੀ ਕੁ ਮੇਰੀ ਗਲਤੀ ਹੁੰਦੀ ਮੈਨੂੰ ਬਣਦੀ ਸਜ਼ਾ ਦੇ ਦਿੰਦੇ। ਮੈਂ ਕਿਹੜਾ ਕੋਈ ਵੀ ਸਿੱਧੂ ਨੇ ਕਦੇ ਕਿਹਾ ਤੁਹਾਨੂੰ ਵੀ ਵਾਪਸ? ਸਿੱਧੂ ਨੇ ਕਿਹਾ ਕਿ ਆ ਕੇ, ਜਾਂ ਪੁਲਿਸ ਨੇ ਤੁਹਾਨੂੰ ਸਰੈਂਡਰ ਕਰਨ ਨੂੰ ਕਿਹਾ ਇਸ ਪੂਰੇ ਕੇਸ 'ਚ ਹੁਣ ਤੱਕ? ਹਾਂਜੀ, ਕਹਿੰਦੀ ਹੈ ਪੁਲਿਸ ਤਾਂ। ਮੈਂ ਸਰੈਂਡਰ ਹੋਣੇ ਆ ਰਿਹਾ, ਮੈਂ ਹੋਰ ਕੀ ਕਰਨ ਆ ਰਿਹਾ ਇੱਥੇ? ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਆ ਰਿਹਾ। ਤੁਹਾਨੂੰ ਉੱਥੇ ਵੀ ਲੱਗਦਾ ਹੈ ਕਿ ਤੁਹਾਨੂੰ ਉੱਥੇ ਆਸਟ੍ਰੇਲੀਆ 'ਚ ਬੈਠਿਆਂ ਨੂੰ ਵੀ ਇਹ ਗੱਲ ਦਾ ਡਰ ਹੈ ਕਿ ਤੁਹਾਨੂੰ ਉੱਥੇ ਵੀ ਮਾਰ ਸਕਦੇ ਆ ਜਾਂ ਕੁਝ ਕਰ ਸਕਦੇ? ਤੁਸੀਂ ਕਹਿ ਰਹੇ ਹੋ ਦੋਨਾਂ ਗਰੁੱਪਾਂ ਤੋਂ ਡਰ ਹੈ ਤੁਹਾਨੂੰ? ਨਹੀਂ ਬਈ, ਆਸਟ੍ਰੇਲੀਆ ਦਾ ਮੈਨੂੰ ਕੋਈ ਉਹ ਨਹੀਂ ਗਾ, ਐਵੇਂ ਕਹਿ ਦਈਏ। ਤੁਹਾਨੂੰ ਇੰਡੀਆ ਆਉਣ ਤੇ ਹੈ ਕਿ ਜੇ ਤੁਸੀਂ ਇੰਡੀਆ ਆਉਣੇ ਹੋ ਤਾਂ ਤੁਸੀਂ ਸਿਕਿਉਰਿਟੀ ਚਾਹੁੰਦੇ ਹੋ? ਕੋਈ ਵੀ ਨਾਰਮਲ ਬੰਦਾ ਹੋਊਗਾ ਬਈ, ਤੁਸੀਂ ਮੇਰੀ ਜਗ੍ਹਾ ਆ ਕੇ ਦੇਖ ਲਓ, ਤੁਸੀਂ ਵੀ ਇਹੀ ਕੁਝ ਕਰਦੇ ਜੋ ਮੈਂ ਹੁਣ। ਸਿਕਿਉਰਿਟੀ ਦਾ ਇੱਕ ਮੇਰਾ ਰਾਈਟ ਆ, ਇੱਕ ਆਮ ਬੰਦੇ ਦਾ ਰਾਈਟ ਹੈਗਾ। ਸਿਕਿਉਰਿਟੀ ਲਈ ਤਾਂ ਮੈਂ ਕਹਿ ਹੀ ਸਕਦਾ। ਹੁਣ ਮੈਂ ਕਿਹੜਾ ਕੋਈ ਗੈਂਗਸਟਰ ਆ ਵੀ, ਜਾਂ ਕੋਈ ਏਡਾ ਕ੍ਰਿਮੀਨਲ ਮਾਈਂਡ ਆ ਵੀ ਮੈਂ ਇਹਨਾਂ ਨਾਲ ਅਲਝ ਲੂੰਗਾ। ਏਡੇ ਗਰੁੱਪ ਨੇ, ਮੇਰਾ ਇਹਨਾਂ ਦੇ ਵਿੱਚ ਕੀ ਉਹ ਆ? ਮੈਂ ਤਾਂ ਇੱਕ ਆਮ ਘਰ ਦਾ ਆਮ ਬੱਚਾ। ਕੋਈ ਕਾਲ ਆਈ ਤੁਹਾਨੂੰ ਦੋਨਾਂ ਗਰੁੱਪਾਂ ਚੋਂ ਕਿਸੇ ਦੀ, ਜਾਂ ਬੰਬੀਹਾ ਗਰੁੱਪ ਦਾ ਖਾਸ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਲੋਕ ਤਾਂ ਇਹ ਸਮਝ ਰਹੇ ਕਿ ਤੁਸੀਂ ਬੰਬੀਹਾ ਗਰੁੱਪ ਦੇ ਸਾਥੀ ਹੋ? ਨਹੀਂ ਜੀ, ਜੇ ਸਾਥੀ ਕਿੱਥੋਂ ਸਾਥੀ ਆ? ਮੈਂ ਤਾਂ ਨਾ ਕਦੇ ਬੰਬੀਹਾ ਗਰੁੱਪ ਦਾ ਕੋਈ ABCD ਨਾ ਕਿਸੇ ਨੂੰ ਅੱਜ ਤੱਕ ਨਾ ਜਾਣਿਆ ਨਾ ਪਹਿਚਾਣਿਆ ਵੀ ਕਿਹੜਾ ਸੀ ਕੌਣ। ਲੱਕੀ ਪਟਿਆਲ ਨਾਲ ਤੁਹਾਡੀ ਦੋਸਤੀ ਹੈ? ਬਈ ਮੈਨੂੰ ਤਾਂ ਪਤਾ ਵੀ ਨਹੀਂ ਲੱਕੀ ਕੌਣ ਆ ਕੌਣ ਨਹੀਂ। ਮੈਂ ਤਾਂ ਹੁਣ ਆ ਕੇ ਮੈਨੂੰ ਪਤਾ ਲੱਗਿਆ ਵੀ ਕੋਈ ਲੱਕੀ ਪਟਿਆਲ ਨਾਮ ਦਾ ਗੈਂਗਸਟਰ ਥੋੜੇ ਟਾਈਮ ਤੋਂ। ਹਾਂਜੀ। ਸ਼ਗਨ, ਕੋਈ ਹੋਰ ਗੱਲ ਤੁਸੀਂ, ਪੂਰੀ ਦੁਨੀਆ ਤੁਹਾਨੂੰ ਸੁਣ ਰਹੀ ਹੈ, ਤੁਸੀਂ ਕੋਈ ਗੱਲ ਰੱਖਣੀ ਚਾਹੁੰਦੇ ਹੋ ਤਾਂ?
ਹੋਰ ਤਾਂ ਬਸ ਇਹੀ ਆ ਬਾਈ, ਮੈਂ ਆਊਂਗਾ, ਇਨਵੈਸਟੀਗੇਸ਼ਨ ਜੁਆਇਨ ਕਰੂੰਗਾ ਤੇ ਆਪਦਾ ਦੇਖਦੇ ਆ ਫਿਰ ਕੀ ਬਣਦਾ। ਜੋ ਬਣਦੀ ਸਜ਼ਾ ਹੋਊਗੀ ਮਿਲ ਜੂਗੀ। ਦੈਟਸ ਇਟ। ਤੁਸੀਂ ਇਸ ਗੱਲ ਤੋਂ ਬਿਲਕੁਲ ਇਨਕਾਰੀ ਹੋ ਕਿ ਪੂਰੀ ਮਰਡਰ 'ਚ ਤੁਹਾਡੀ ਭੂਮਿਕਾ ਨਹੀਂ ਹੈ? ਮੈਂ ਦੁਬਾਰਾ ਇਹ ਰਿਪੀਟ ਕਰ ਰਿਹਾ, ਜਿੰਨਾ ਕੁ ਮੇਰਾ ਰੋਲ ਸੀਗਾ ਮੈਂ ਤੁਹਾਨੂੰ ਦੱਸ, ਮੈਂ ਮੁੱਕਰਨ ਨੂੰ ਹੁਣ ਵੀ ਮੁੱਕਰ ਸਕਦਾ ਸੀ ਵੀ ਹਾਂ ਵੀ ਮੈਂ ਤਾਂ ਹੁਣ ਮੇਰਾ ਪਟੀਸ਼ਨ ਪਾਈ ਹੋਈ ਆ, ਮੇਰਾ ਕੋਰਟ ਦੇ ਵਿੱਚ ਉਹ ਆ, ਮੈਂ ਮੁੱਕਰਨ ਨੂੰ ਹੁਣ ਵੀ ਮੁੱਕਰ ਸਕਦਾ ਵੀ ਹਾਂ ਵੀ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ, ਮੈਂ ਖੜੇ ਪੈਰ ਵੀ ਮੁੱਕਰ ਸਕਦਾ। ਪਰ ਜੋ ਮੇਰਾ ਹੈਗਾ ਮੈਂ ਉਸ ਤੋਂ ਨਾ ਕਦੇ ਕੱਲ ਭੱਜਾਂ ਨਾ ਅੱਜ ਭੱਜਾਂ। ਇਸ ਤੋਂ ਬਾਅਦ ਇਹ ਥੋੜੀ ਆ ਵੀ ਮੇਰਾ ਕੋਈ ਵਿੱਕੀ ਦੇ ਨਾਲ ਰੌਲਾ ਸੀਗਾ ਜਾਂ ਲਾਗਡਾਟ ਸੀਗੀ ਜਾਂ ਹੋਰ ਕੋਈ ਸੀਗਾ, ਸਾਡਾ ਬਟਨ ਦਾ ਰੌਲਾ ਸੀਗਾ। ਮੈਂ ਤਾਂ ਵਿੱਕੀ ਨੂੰ ਕਦੇ ਜਾਣਿਆ ਨਹੀਂ, ਪਛਾਣਿਆ ਨਹੀਂ, ਕੌਣ ਆ, ਕਿੱਥੋਂ ਆ, ਕਿਵੇਂ ਆ। ਮੈਂ ਉਹਨੂੰ ਉਹਦੇ ਮਰਡਰ, ਉਹਦਾ ਮਰਡਰ ਕਰਾ ਕੇ ਮੈਂ ਕੀ ਕਰਨਾ? ਜਿਨ੍ਹਾਂ ਨੇ ਕਰਾਇਆ ਇਹ ਸਾਰਿਆਂ ਨੂੰ ਪਤਾ ਵੀ ਕਿਹਨਾਂ ਨੇ ਕਰਾਇਆ, ਕਿਹਨੇ ਕਰਾਇਆ ਕੋਈ ਆਉਂਦਾ ਨਹੀਂ। ਇਹਦਾ ਪਤਾ ਹੀ ਆ ਵੀ ਬੰਬੀਆ ਗਰੁੱਪ ਨੇ ਕਰਾਇਆ। ਤੁਸੀਂ ਸਾਥ ਦਿੱਤਾ ਨਾ, ਤੁਹਾਡੇ ਤੇ ਸਵਾਲ ਤਾਂ ਹੈ, ਇੰਨੀ ਲੰਮੀ ਇੰਟਰਵਿਊ ਤਾਂ ਤੁਹਾਡੇ ਨਾਲ ਕਰਨੀ ਪਈ ਔਰ ਤੁਸੀਂ ਪਹਿਲੀ ਵਾਰੀ ਬੋਲ ਰਹੇ ਹੋ ਕਿ ਤੁਸੀਂ ਸਾਥ ਦਿੱਤਾ, ਤੁਹਾਡੇ ਤੇ ਇਹ ਦੋਸ਼ ਲੱਗ ਰਿਹਾ। ਸਾਥ ਮੈਂ ਦਿੱਤਾ ਕਿੱਥੇ ਹੈ ਤਾਂ ਦੱਸ ਦਿਓ ਜੀ। ਮੈਂ ਇਹਦੇ ਵਿੱਚ ਤੁਸੀਂ, ਮੈਂ ਤੁਹਾਨੂੰ ਫੇਰ ਕਹਿ ਰਿਹਾ, ਤੁਸੀਂ FIR ਜਾਂ ਪਟੀਸ਼ਨ ਉਹ ਸਾਰੀ ਪੜ੍ਹੋ ਜਿਹੜੀ ਜੱਜਮੈਂਟ ਆਈ ਆ ਆਨਰੇਬਲ ਹਾਈ ਕੋਰਟ ਦੀ, ਉਹ ਸਾਰੀ ਪਲੀਜ਼ ਇੱਕ ਵਾਰੀ ਪੜ੍ਹੋ। ਉਹਦੇ ਵਿੱਚ ਕਿੱਥੇ ਲਿਖਿਆ ਹੋਇਆ ਵੀ ਮੈਂ ਬਾਲੇ ਤੋਂ ਕਾਰ 'ਚ ਬਿਠਾ ਕੇ ਲੈ ਕੇ ਸ਼ਗਨ ਅਸੀਂ ਤੁਹਾਨੂੰ ਮੰਨ ਲਾਂਗੇ, ਪਰ ਜਿਹੜਾ ਗੋਲਡੀ ਬਰਾੜ ਗਰੁੱਪ ਹੈ ਜਾਂ ਲਾਰੈਂਸ ਗਰੁੱਪ ਹੈ, ਉਹ ਸ਼ਰੇਆਮ ਕਹਿੰਦੇ ਕਿ ਤੁਹਾਡੀ ਭੂਮਿਕਾ ਹੈ, ਤਾਂ ਹੀ ਇਹ ਬਦਲਾ ਲਿਆ ਉਹਨਾਂ ਨੇ ਕਿਹਾ। ਔਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਬਾਹਰ ਭੇਜਤਾ ਔਰ ਉਸ ਤੋਂ ਬਾਅਦ ਵਿੱਕੀ ਦੇ ਮਰਡਰ 'ਚ ਸਿੱਧੂ ਦਾ ਹੱਥ ਸੀ, ਤੁਹਾਡੇ ਥਰੂ ਕਰਵਾਇਆ, ਇਸ ਕਰਕੇ ਬਾਹਰ ਭੇਜਤਾ ਸ਼ਗਨ ਨੂੰ। ਮੈਨੂੰ ਉਹਨੇ ਕਿਉਂ ਭੇਜਣਾ ਬਾਹਰ? ਮੈਂ ਤਾਂ ਆਲਰੇਡੀ ਪਹਿਲਾਂ, ਮੇਰੀ ਫੈਮਿਲੀ ਇੱਥੇ ਰਹਿੰਦੀ ਹੈ, ਮੈਂ ਤਾਂ ਆਲਰੇਡੀ 2 ਵਾਰੀ ਪਹਿਲਾਂ ਵੀ ਆ ਚੁੱਕਿਆ ਸੀ, ਮੈਂ ਤਾਂ ਆਉਣਾ ਹੀ ਸੀਗਾ। ਜੇ ਮੈਨੂੰ ਉਹਨੇ ਭੇਜਣਾ ਹੁੰਦਾ ਦੁਬਈ ਤੋਂ ਸਿੱਧਾ ਆਸਟ੍ਰੇਲੀਆ ਭੇਜ ਦਿੰਦਾ, ਉੱਥੋਂ ਵੀ ਫਲਾਈਟਾਂ ਚੱਲਦੀਆਂ ਹੀ ਨੇ, ਦੁਬਈ ਤੋਂ ਸਿੱਧਾ ਆਸਟ੍ਰੇਲੀਆ ਆ ਜਾਂਦਾ। ਜੇ ਏਦਾਂ ਹੀ ਮੇਰੇ ਮਨ 'ਚ ਚੋਰ ਹੁੰਦਾ ਜਾਂ ਉਹਦੇ ਮਨ 'ਚ ਚੋਰ ਹੁੰਦਾ, ਮੈਨੂੰ ਭੇਜ ਕੇ ਉਹ ਆਪ ਕਿਉਂ ਇੰਡੀਆ ਬੈਠਾ ਸੀ? ਤੁਸੀਂ ਜੇ ਪ੍ਰੈਸ ਕਾਨਫਰੰਸ ਕਰਨੀ ਸੀ ਤਾਂ ਫਿਰ ਤੁਸੀਂ, ਜੇ 5-6 ਨੂੰ ਕਰਨੀ ਸੀ, ਬੰਦਾ 2-4 ਦਿਨ ਪਹਿਲਾਂ ਆਉਂਦਾ, ਤੁਸੀਂ ਫਿਰ ਇੰਡੀਆ ਕਿਉਂ ਨਹੀਂ ਆਏ? ਮੈਂ ਆ ਰਿਹਾ ਸੀਗਾ ਜੀ, ਮੈਂ 3 ਜਾਂ 4 ਤਰੀਕ, ਮੈਂ ਤੁਹਾਨੂੰ ਦੱਸ ਦੇਣਾ, ਮੇਰੇ ਕੋਲ ਟਿਕਟ ਵੀ ਸੀ ਮੇਰੀ, ਜਾਂ 3 ਜਾਂ 4 ਦੀ ਟਿਕਟ ਹੋਈ ਸੀ ਵਾਪਸੀ ਦੀ। ਮੈਂ ਇੱਥੋਂ ਗਿਆ ਸੀ, ਵਾਪਸੀ ਦੀ ਟਿਕਟ ਲੈ ਕੇ ਗਿਆ ਸੀ, ਮੈਂ 1 ਵੇ ਨਹੀਂ ਸੀ ਕਰਾ ਕੇ ਗਿਆ। ਤੁਹਾਨੂੰ ਸਿੱਧੂ ਦੇ ਪੂਰੇ ਮਰਡਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ 'ਚ ਕੀ ਕਹਾਣੀ ਵਾਪਰੀ ਪੂਰੀ? ਜੇ ਸ਼ਗਨ ਕਿਉਂਕਿ ਸਭ ਤੋਂ ਨੇੜੇ ਰਿਹਾ ਔਰ ਸਭ ਤੋਂ ਕਲੋਜ਼ੈਸਟ ਦੋਸਤ ਸੀਗਾ, ਸਾਰਿਆਂ ਦੀ ਆਪੋ ਆਪਣੀ ਥਿਊਰੀਜ਼ ਨੇ, ਮਾਰਨ ਵਾਲਿਆਂ ਨੇ ਆਪਣੇ ਵੱਲੋਂ ਦੱਸਤਾ ਸੀ ਕਿਉਂ ਮਾਰਿਆ, ਪੁਲਿਸ ਆਪਣੀ ਥਿਊਰੀ ਦੇ ਰਹੀ ਹੈ, ਸੋਚਣ ਵਾਲੇ ਸੋਚ ਰਹੇ ਹੈ। ਸ਼ਗਨ ਨੂੰ ਕੀ ਲੱਗਦਾ ਕਹਾਣੀ ਪੂਰੀ ਕੀ ਵਾਪਰੀ ਹੈ? ਮੈਨੂੰ ਤਾਂ ਇਹੀ ਲੱਗਦਾ ਵੀ ਬਸ ਉਹ, ਜਿਵੇਂ ਤੁਸੀਂ ਲਾ ਲਓ ਵੀ ਸ਼ੇਰ ਦੀ ਸਵਾਰੀ ਕਰਨਾ ਚਾਹੁੰਦਾ, ਹਰੇਕ ਸ਼ੇਰ ਦੀ ਸਵਾਰੀ ਕਰਨਾ ਚਾਹੁੰਦੇ ਸੀ। ਇਹੀ ਲੱਗਦਾ ਵੀ ਪੈਸੇ ਪੂਸੇ ਵਾਲਾ ਵੀ ਐਕਸਟੋਰਸ਼ਨ ਦਾ ਹੀ ਹੋ ਸਕਦਾ, ਹੋਰ ਤਾਂ ਕੋਈ ਇਹਦੇ ਵਿੱਚ ਹੋਰ ਥਿਊਰੀ ਤਾਂ ਸਮਝ ਨਹੀਂ ਆਉਂਦੀ। ਤਾਂ ਤੁਸੀਂ ਕਹਿ ਰਹੇ ਹੋ ਕਿ ਐਕਸਟੋਰਸ਼ਨ ਕਦੇ ਮੰਗਿਆ ਵੀ ਨਹੀਂ, ਤੁਹਾਡੇ ਸਾਹਮਣੇ ਤਾਂ ਨਹੀਂ ਮੰਗਿਆ ਕਦੇ? ਨਹੀਂ, ਮੇਰੇ ਸਾਹਮਣੇ ਕਦੇ ਨਹੀਂ ਮੰਗਿਆ। ਮੈਨੂੰ ਹੁਣ ਜਿੱਥੇ ਤੱਕ ਹੋਰ ਇਹ ਜਿਹੜਾ ਗੈਂਗਸਟਰਵਾਦ ਆਹੀ ਕੁਛ ਚੱਲ ਰਿਹਾ, ਆਪਾਂ ਦੇਖਦੇ ਹੀ ਆ ਵੀ ਕੀ ਕੁਛ ਹੋਇਆ, ਐਕਸਟੋਰਸ਼ਨ ਹੀ ਚੱਲ ਰਿਹਾ ਸਾਰਾ ਕੁਛ ਇੰਡਸਟਰੀ ਦੇ ਵਿੱਚ। ਇਹੀ ਰੌਲਾ ਸੀਗਾ ਇਹਨਾਂ ਦੀ। ਗੈਂਗਵਾਰ ਤਾਂ ਮੈਨੂੰ ਲੱਗਦਾ ਇਹਨਾਂ ਦੀ ਕਦੋਂ ਦੀ ਚੱਲਦੀ ਆ ਰਹੀ ਹੋਣੀ ਆ। ਉਹਦੀ ਭੇਟ ਚੜ ਗਿਆ ਸਿੱਧੂ? ਹਾਂਜੀ, ਗੈਂਗਵਾਰ ਦੀ ਭੇਟ ਚੜਿਆ ਤੁਹਾਨੂੰ ਲੱਗਦਾ ਸਿੱਧੂ? ਨਹੀਂ, ਗੈਂਗਵਾਰ ਦੀ ਭੇਟ ਨਹੀਂ ਆਪਾਂ ਕਹਿ ਸਕਦੇ ਵੀ, ਜਿਵੇਂ ਤੁਸੀਂ, ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਸ਼ੇਰ ਦੀ ਸਵਾਰੀ ਹਰੇਕ ਹੀ ਕਰਨਾ ਚਾਹੁੰਦਾ ਸੀ। ਠੀਕ ਹੈ, ਬਹੁਤ ਧੰਨਵਾਦ ਸ਼ਗਨ, ਤੁਸੀਂ ਸਾਨੂੰ ਕਾਲ ਕੀਤੀ ਔਰ ਤੁਸੀਂ ਆਪਦੀ ਗੱਲ ਦਰਸ਼ਕਾਂ ਤੱਕ ਰੱਖੀ ਹੈ। ਹਾਲਾਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਔਰ ਜਿਨ੍ਹਾਂ ਨੇ ਸਿੱਧੂ ਦਾ ਕਤਲ ਕੀਤਾ ਉਹ ਆਪਣੇ ਤੌਰ ਤੇ ਸੋਚਦੇ ਨੇ, ਉਹ ਆਪਣੀ ਗੱਲ ਰੱਖਦੇ ਨੇ। ਤੁਸੀਂ ਆਪਣਾ ਬਿਆਨ ਇਹ ਦੇ ਰਹੇ ਹੋ ਕਿ ਤੁਸੀਂ ਇੱਕ ਰੋਂਗ ਟਾਈਮ ਤੇ ਰੋਂਗ ਪਲੇਸ ਤੇ ਪਹੁੰਚ ਗਏ ਸੀ, ਪਰ ਤੁਸੀਂ ਵਿੱਕੀ ਦੇ ਕਤਲ 'ਚ ਇਨਵੋਲਵਡ ਨਾ ਹੈਗੇ ਹੋ ਔਰ ਤੁਸੀਂ ਕਹਿ ਰਹੇ ਹੋ ਨਾ ਤੁਹਾਡੀ ਕੋਈ ਅਜਿਹੀ ਮਨਸ਼ਾ ਸੀਗੀ। ਹਾਲਾਂਕਿ ਸਿੱਧੂ ਦੇ ਮਰਡਰ ਬਾਰੇ ਤੁਹਾਨੂੰ ਬਹੁਤ ਘੱਟ ਪਤਾ, ਤੁਸੀਂ ਇਹ ਕਹਿ ਰਹੇ ਹੋ ਕਿ ਲਾਰੈਂਸ ਦੇ ਨਾਲ ਕਿੰਨੀ ਦੋਸਤੀ ਸੀ, ਕਿੰਨੀ ਦੁਸ਼ਮਣੀ ਸੀ, ਫੋਨ ਆਉਂਦੇ ਸੀ, ਨਹੀਂ ਆਉਂਦੇ ਸੀ, ਤੁਹਾਨੂੰ ਸਿੱਧੂ ਇਸ ਬਾਰੇ ਦੱਸਦਾ ਨਹੀਂ ਸੀ। ਜੋ ਮੇਰੇ ਸਾਹਮਣੇ ਹੋਇਆ ਮੈਂ ਤਾਂ ਤੁਹਾਨੂੰ ਉਹੀ ਦੱਸਣਾ ਨਾ, ਜੋ ਹੁਣ ਮੈਨੂੰ ਨਹੀਂ ਨਾ ਪਤਾ ਵੀ ਪਿੱਛੇ ਕੀ ਚੱਲ ਰਿਹਾ ਸੀ ਕੀ ਨਹੀਂ। ਜੋ ਸੀਗਾ ਜੋ ਮੇਰੇ ਕੋਲ ਚੱਲਿਆ ਮੈਂ ਉਹ ਤੁਹਾਨੂੰ ਸਾਰਾ ਕੁਝ ਦੱਸਤਾ। ਮੈਂ ਆਪਦੇ ਕੋਲੋਂ ਕਹੀ ਜਾਵਾਂ ਵੀ ਇਹ ਰੌਲਾ ਸੀ, ਉਹ ਰੌਲਾ ਸੀ, ਉਹ ਗੱਲਾਂ ਦੀ ਵੀ ਕੋਈ ਫਾਇਦਾ ਨਹੀਂ।
ਠੀਕ ਹੈ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਵਧੀਆ ਬੰਦਾ ਸੀ, ਅਣਖੀ ਬੰਦਾ ਸੀਗਾ, ਹੂੰ, ਜਾਗਦੀ ਜਪਾਲ ਵਾਲਾ ਸ਼ੇਰ ਦਿਲ ਬੰਦਾ ਸੀ। ਬਸ ਇਹੀ ਆ। ਮਹਿਸੂਸ ਹੋ ਰਿਹਾ ਤੁਹਾਨੂੰ ਕਿ ਐਡਾ ਵੱਡਾ ਭਾਰ ਤੁਹਾਡੇ ਸਿਰ ਤੇ ਆ ਗਿਆ ਔਰ ਇੱਕ ਚੰਗਾ ਦੋਸਤ ਤੁਹਾਡਾ ਦੁਨੀਆ ਤੋਂ ਚਲਾ ਗਿਆ ਜਿਹਨੂੰ ਪੂਰੀ ਦੁਨੀਆ ਪਿਆਰ ਕਰਦੀ ਸੀ? ਹਾਂਜੀ ਹਾਂਜੀ, ਮਹਿਸੂਸ ਕਿਉਂ ਨਹੀਂ ਹੋ ਰਿਹਾ, ਹੋ ਰਿਹਾ, ਰੋਜ਼ ਹੁੰਦਾ, ਸਵੇਰੇ ਸ਼ਾਮ ਹੁੰਦਾ। ਠੀਕ ਹੈ ਸ਼ਗਨ, ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਠੀਕ ਹੈ ਬਾਈ, ਓਕੇ।